मेरा नाम शिवानी है ਤੇ ਮੇਰੀ ਉਮਰ 24 ਸਾਲ ਹੈ। ਮੇਰਾ ਪਤੀ ਦੂਜੇ ਸ਼ਹਿਰ ਜਾ ਰਿਹਾ ਸੀ ਜਦ ਉਹਨਾਂ ਨੇ ਖਾਸ ਕਰਕੇ ਮੈਨੂੰ ਬੋਲਿਆ ਸੀ ਕਿ ਮੇਰੇ ਛੋਟੇ ਭਰਾ ਦਾ ਧਿਆਨ ਰੱਖਣਾ। ਉਹ ਸਿਰਫ 12 ਸਾਲ ਦਾ ਸੀ। ਮੈਂ ਮੰਨ ਗਈ। ਹੁਣ ਮੈਂ ਰੋਜ਼ ਉਸ ਨੂੰ ਸਕੂਲ ਛੱਡਣ ਜਾਂਦੀ ਤੇ ਲੈਣ ਵੀ ਜਾਂਦੀ ਤੇ ਰਾਤ ਨੂੰ ਉਹ ਮੇਰੇ ਹੀ ਕਮਰੇ ਵਿੱਚ ਸੌਂਦਾ। ਜਦੋਂ ਇੱਕ ਦਿਨ ਮੇਰੀ ਮੁਲਾਕਾਤ ਉਸ ਦੇ ਮਾਸਟਰ ਨਾਲ ਹੋਈ ਤਾਂ ਮੈਂ ਇਹ ਦੇਖ ਕੇ ਡਰ ਗਈ ਕਿ ਉਹ ਤਾਂ ਮੇਰਾ ਪੁਰਾਣਾ ਆਸ਼ਕ ਸੀ। ਮੈਂ ਘਰ ਵਾਪਸ ਤਾਂ ਆ ਗਈ ਪਰ ਇਹ ਗੱਲ ਮੇਰੇ ਦਿਓਰ ਨੂੰ ਪਤਾ ਚੱਲ ਗਈ ਤੇ ਉਹ ਹੁਣ ਮੈਨੂੰ ਬਾਰ-ਬਾਰ ਧਮਕੀ ਦਿੰਦਾ ਹੈ ਕਿ ਉਹ ਭਰਾ ਨੂੰ ਦੱਸ ਦੇਵੇਗਾ ਜੇ ਮੈਂ ਉਸ ਦੀ ਇੱਕ ਸ਼ਰਤ ਨਹੀਂ ਮੰਨੀ ਤਾਂ। ਮੈਂ ਸਮਝੀ ਕਿ ਉਹ ਮੇਰੇ ਤੋਂ ਪੈਸੇ ਮੰਗੇਗਾ ਜਾਂ ਕੋਈ ਕੀਮਤੀ ਚੀਜ਼, ਪਰ ਮੇਰੀ ਜਾਨ ਨਿਕਲ ਗਈ ਜਦੋਂ ਉਸਨੇ ਮੈਨੂੰ ਕਿਹਾ ਮੇਰੇ ਵਿਆਹ ਨੂੰ ਹਾਲੇ ਚੌਥਾ ਮਹੀਨਾ ਸੀ। ਜ਼ਿੰਦਗੀ ਬਹੁਤ ਜ਼ਿਆਦਾ ਹੱਸੀ ਖੁਸ਼ੀ ਨਾਲ ਲੰਘ ਰਹੀ ਸੀ। ਮੇਰੇ ਘਰ ਵਿੱਚ ਸਿਰਫ ਅਸੀਂ ਤਿੰਨ ਹੀ ਲੋਕ ਸੀ, ਮੈਂ, ਮੇਰਾ ਪਤੀ ਤੇ ਮੇਰਾ ਦਿਓਰ। ਇੱਕ ਦਿਨ ਮੇਰੇ ਪਤੀ ਨੂੰ ਨੌਕਰੀ ਦੇ ਸਿਲਸਿਲੇ ਤੋਂ ਬਾਹਰ ਦੂਜੇ ਸ਼ਹਿਰ ਜਾਣਾ ਪਿਆ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੇਰੇ ਭਰਾ ਦਾ ਧਿਆਨ ਰੱਖਣਾ ਤੇ ਮੈਂ ਆਪਣੇ ਪਿਆਰ ਦਾ ਇਮਤਿਹਾਨ ਦਿੱਤਾ ਤੇ ਮੈਂ ਆਪਣੇ ਦਿਓਰ ਦਾ ਬਹੁਤ ਧਿਆਨ ਰੱਖਦੀ ਸੀ ਕਿਉਂਕਿ ਉਹ ਬੱਚਾ ਜਿਹਾ ਸੀ ਤੇ ਮੈਨੂੰ ਸ਼ੁਰੂ ਤੋਂ ਹੀ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਮੈਂ ਉਸ ਨੂੰ ਖੁਦ ਸਕੂਲ ਛੱਡ ਕੇ ਆਉਂਦੀ ਤੇ ਫਿਰ ਛੁੱਟੀ ਦੇ ਸਮੇਂ ਖੁਦ ਹੀ ਉਸ ਨੂੰ ਲੈ ਕੇ ਆਉਂਦੀ। ਸਕੂਲ ਮੇਰੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ। ਮੈਨੂੰ ਆਉਣ ਜਾਣ ਵਿੱਚ ਬਸ 20 ਮਿੰਟ ਹੀ ਲੱਗਦੇ ਸੀ, ਪਰ ਮੈਂ ਇਸ ਗੱਲ ਨਾਲ ਹੈਰਾਨ ਸੀ ਕਿ ਇਹ ਵੱਡਾ ਹੋ ਰਿਹਾ ਹੈ। ਮੇਰੇ ਪਤੀ ਨੂੰ ਪਤਾ ਨਹੀਂ ਕੀ ਪਰੇਸ਼ਾਨੀ ਸੀ, ਪਰ ਉਹ ਇਹ ਗੱਲ ਸਮਝਦੇ ਹੀ ਨਹੀਂ ਸੀ ਕਿ ਉਹਨਾਂ ਦੇ ਭਰਾ ਨੂੰ ਹੁਣ ਵੱਡਾ ਹੋ ਜਾਣਾ ਚਾਹੀਦਾ ਹੈ ਤੇ ਖੁਦ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਕਦੇ-ਕਦੇ ਤਾਂ ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਨੂੰ ਕਿਸੇ ਤੋਂ ਕੋਈ ਖਤਰਾ ਹੈ, ਇਸ ਲਈ ਤਾਂ ਭਰਾ ਨੂੰ ਇੱਦਾਂ ਲੁਕਾ ਕੇ ਰੱਖਦੇ ਹਨ। ਪਰ ਮੈਂ ਇਸ ਗੱਲ 'ਤੇ ਕੋਈ ਜ਼ਿਆਦਾ ਬਹਿਸ ਨਹੀਂ ਕੀਤੀ ਤੇ ਫਿਰ ਆਪਣੇ ਪਤੀ ਦਾ ਧਿਆਨ ਰੱਖਦੇ ਹੋਏ ਮੈਂ ਵੀ ਆਪਣੇ ਦਿਓਰ ਦਾ ਧਿਆਨ ਐਵੇਂ ਹੀ ਰੱਖਣਾ ਸ਼ੁਰੂ ਕਰ ਦਿੱਤਾ ਜਿਵੇਂ ਮੇਰੇ ਪਤੀ ਰੱਖਦੇ ਹਨ, ਜਿਵੇਂ ਉਹ ਕੋਈ ਛੋਟਾ ਬੱਚਾ ਹੈ। ਮੈਂ ਜਦੋਂ ਇੱਕ ਦਿਨ ਉਸ ਨੂੰ ਸਕੂਲ ਛੱਡਣ ਗਈ ਤਾਂ ਕੋਈ ਸੋਹਣਾ ਜਿਹਾ ਇਨਸਾਨ ਅੰਦਰ ਸਕੂਲ ਵਿੱਚ ਜਾ ਰਿਹਾ ਸੀ। ਉਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਹੋਰ ਕੋਈ ਨਹੀਂ, ਉਹ ਤਾਂ ਮੇਰਾ ਪੁਰਾਣਾ ਆਸ਼ਕ ਸੀ। ਪਰ ਇੱਦਾਂ ਕਿਵੇਂ ਹੋ ਸਕਦਾ ਹੈ? ਇਹ ਇੱਥੇ ਕਿਵੇਂ? ਇਹ ਤਾਂ ਮਰ ਚੁੱਕਿਆ ਸੀ ਕੁਝ ਸਾਲ ਪਹਿਲਾਂ, ਤਾਂ ਫਿਰ ਇੱਥੇ ਕਿਵੇਂ? ਇਹ ਜਿੰਦਾ ਸਹੀ ਸਲਾਮਤ ਮੇਰੇ ਸਾਹਮਣੇ ਕਿਵੇਂ ਖੜਾ ਹੈ? ਮੈਂ ਤਾਂ ਬਹੁਤ ਜ਼ਿਆਦਾ ਹੈਰਾਨ ਹੋ ਗਈ ਸੀ। ਇਹ ਸਭ ਕਿਵੇਂ ਹੋ ਗਿਆ? ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਤੇ ਉਸ ਦੀ ਮੁਲਾਕਾਤ ਇੱਥੇ ਐਵੇਂ ਰਸਤੇ ਵਿੱਚ ਹੋ ਜਾਵੇਗੀ। ਜ਼ਿੰਦਗੀ ਦੇ ਇੱਦਾਂ ਮੋੜ ਤੇ ਉਹ ਮੇਰੇ ਸਾਹਮਣੇ ਇੱਦਾਂ ਕਿਵੇਂ ਆ ਸਕਦਾ ਹੈ? ਉਹ ਮੈਨੂੰ ਇਸ ਤਰ੍ਹਾਂ ਨਾਲ ਕਿਵੇਂ ਮਿਲ ਸਕਦਾ ਹੈ? ਨਹੀਂ, ਐਵੇਂ ਨਹੀਂ ਹੋ ਸਕਦਾ, ਬਿਲਕੁਲ ਵੀ ਨਹੀਂ ਹੋ ਸਕਦਾ। ਉਹ ਤਾਂ ਇੱਕ ਹਾਦਸੇ ਵਿੱਚ ਇਸ ਦੁਨੀਆ ਤੋਂ, ਮੇਰੇ ਤੋਂ ਇਸ ਤੋਂ ਅੱਗੇ ਕੁਝ ਸੋਚਿਆ ਹੀ ਨਹੀਂ ਗਿਆ ਤੇ ਮੈਂ ਅਮਨ ਮਤਲਬ ਕਿ ਮੇਰੇ ਦਿਓਰ ਨੂੰ ਲੈ ਕੇ ਆਪਣੇ ਘਰ ਆ ਗਈ ਤੇ ਜਦੋਂ ਮੈਂ ਘਰ ਆਈ ਤਾਂ ਮੇਰੇ ਪਸੀਨੇ ਛੁੱਟ ਰਹੇ ਸੀ। ਮੇਰਾ ਦਿਓਰ ਮੇਰੇ ਕੋਲ ਆਇਆ ਤੇ ਆ ਕੇ ਪੁੱਛਣ ਲੱਗਿਆ ਕਿ ਭਾਬੀ ਤੈਨੂੰ ਕੀ ਹੋਇਆ ਹੈ? ਜਦੋਂ ਮੈਨੂੰ ਪੁੱਛ ਰਿਹਾ ਸੀ ਤਾਂ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਸੀ। ਮੈਂ ਜਲਦੀ ਨਾਲ ਆਪਣਾ ਚਿਹਰਾ ਥੱਲੇ ਕਰ ਲਿਆ ਤਾਂ ਕਿ ਉਸ ਨੂੰ ਮੇਰਾ ਰਾਜ਼ ਪਤਾ ਨਾ ਚੱਲ ਜਾਵੇ। ਉਹ ਹੁਣ ਤੱਕ ਮੇਰੇ ਕੋਲ ਹੀ ਖੜਾ ਸੀ। ਉਸਨੇ ਮੈਨੂੰ ਪਾਣੀ ਦਿੱਤਾ। ਮੈਂ ਉਸਦੇ ਹੱਥ ਤੋਂ ਪਾਣੀ ਦਾ ਗਿਲਾਸ ਲੈ ਲਿਆ, ਪਰ ਜਿਵੇਂ ਹੀ ਮੇਰੀ ਨਜ਼ਰ ਉਸਦੇ ਚਿਹਰੇ ਤੇ ਪਈ ਤਾਂ ਮੇਰੇ ਹੱਥ ਵਿੱਚੋਂ ਪਾਣੀ ਦਾ ਗਿਲਾਸ ਦੂਰ ਜਾ ਕੇ ਡਿੱਗ ਗਿਆ ਕਿਉਂਕਿ ਅਮਨ ਦੇ ਦੇਖਣ ਦਾ ਅੰਦਾਜ਼ ਬਿਲਕੁਲ ਵੀ ਇਦਾਂ ਨਹੀਂ ਸੀ ਕਿ ਮੈਂ ਇਹ ਸਮਝਾ ਕਿ ਇਹ ਕੋਈ 12 ਸਾਲ ਦਾ ਮੁੰਡਾ ਹੈ। ਉਹ ਬਹੁਤ ਹੀ ਜ਼ਿਆਦਾ ਪਿਆਸੀ ਨਜ਼ਰਾਂ ਨਾਲ ਮੈਨੂੰ ਦੇਖ ਰਿਹਾ ਸੀ। ਮੈਂ ਇੰਨੀ ਜ਼ਿਆਦਾ ਬੇਚੈਨ ਹੋ ਗਈ ਸੀ ਕਿ ਮੈਂ ਉਸ ਨੂੰ ਬਾਂਹ ਤੋਂ ਪਕੜ ਕੇ ਉਸ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਤੇ ਆਪਣੇ ਕਮਰੇ ਦੀ ਕੁੰਡੀ ਲਗਾ ਦਿੱਤੀ। ਮੈਂ ਜਦੋਂ ਬੈੱਡ ਤੇ ਬੈਠੀ ਹੋਈ ਸੀ ਤਾਂ ਮੇਰੇ ਸਰੀਰ ਨੇ ਮੈਨੂੰ ਅਹਿਸਾਸ ਦਿਵਾਇਆ ਕਿ ਮੈਂ ਤਾਂ ਬੁਰੀ ਤਰ੍ਹਾਂ ਨਾਲ ਕੰਬ ਰਹੀ ਹਾਂ। ਮੇਰੇ ਲਈ ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ ਕਿ ਮੈਂ ਇੱਕ 12 ਸਾਲ ਦੇ ਮੁੰਡੇ ਤੋਂ ਇਸ ਕਦਰ ਡਰ ਗਈ ਹਾਂ। ਪਰ ਮੈਂ ਕਿਉਂ ਡਰ ਰਹੀ ਹਾਂ? ਮੈਂ ਕੋਈ ਜ਼ੁਲਮ ਨਹੀਂ ਕੀਤਾ ਹੈ ਕਿ ਮੈਂ ਇਸ ਤਰ੍ਹਾਂ ਨਾਲ ਡਰਾਂ। ਮੈਂ ਆਪਣੇ ਦਿਲ ਵਿੱਚ ਖੁਦ ਹੀ ਸੋਚਿਆ ਤੇ ਫਿਰ ਖੁਦ ਹੀ ਆਪਣੇ ਦਿਮਾਗ ਤੋਂ ਕੱਢ ਕੇ ਸੁੱਟ ਦਿੱਤਾ। ਫਿਰ ਇਹ ਸੋਚ ਮੈਨੂੰ ਪਰੇਸ਼ਾਨ ਕਰਨ ਲੱਗੀ ਕਿ ਆਖਰ ਕਿਉਂ ਮੈਂ ਉਸ ਤੋਂ ਇੰਨਾ ਘਬਰਾ ਰਹੀ ਹਾਂ। ਮੈਂ ਆਪਣੇ ਦਿਲ ਨੂੰ ਥੋੜੀ ਤਸੱਲੀ ਦਿੱਤੀ ਤੇ ਫਿਰ ਮੈਂ ਕਮਰੇ ਤੋਂ ਬਾਹਰ ਨਿਕਲ ਆਈ। ਅਮਨ ਵੀ ਘਰ ਤੋਂ ਬਾਹਰ ਨਿਕਲ ਚੁੱਕਿਆ ਸੀ। ਮੈਂ ਹਿੰਮਤ ਕੀਤੀ ਤੇ ਆਪਣੇ ਘਰ ਦੇ ਕੰਮਾਂ ਵਿੱਚ ਲੱਗ ਗਈ। ਹੁਣ ਘਰ ਵਿੱਚ ਜਦੋਂ 2 ਹੀ ਲੋਕ ਸਨ ਤਾਂ ਕੰਮ ਵੀ ਕੀ ਹੋਵੇਗਾ? ਬਿਲਕੁਲ ਥੋੜਾ ਜਿਹਾ। ਮੈਂ ਆਪਣੇ ਅਤੀਤ ਦੀ ਇੱਕ ਗੱਲ ਨੂੰ ਯਾਦ ਕੀਤਾ ਤੇ ਸੋਚਿਆ ਕਿ ਮੇਰੇ ਪਿਤਾ ਕਹਿੰਦੇ ਹਨ
ਜਿੱਥੇ ਸਿਰਫ 2 ਮੁੰਡੇ ਹੋਣ, ਉਸ ਘਰ ਵਿੱਚ ਆਪਣੀ ਕੁੜੀ ਦਾ ਵਿਆਹ ਕਦੇ ਨਾ ਕਰੋ। ਪਰ ਮੇਰੀ ਮੰਮੀ ਨੇ ਇੱਕ ਨਹੀਂ ਮੰਨੀ ਸੀ ਤੇ ਮੇਰਾ ਵਿਆਹ ਇੱਥੇ ਕਰਾ ਦਿੱਤਾ ਸੀ। ਹੁਣ ਮੈਨੂੰ ਆਪਣੇ ਪਾਪਾ ਦੀਆਂ ਉਹ ਗੱਲਾਂ ਬਹੁਤ ਯਾਦ ਆਉਂਦੀਆਂ ਹਨ ਕਿ ਕਾਸ਼ ਪਾਪਾ ਦੀ ਇਸ ਗੱਲ ਨੂੰ ਉਸ ਸਮੇਂ ਕਿਸੇ ਨੇ ਸਮਝ ਲਿਆ ਹੁੰਦਾ ਤਾਂ ਅੱਜ ਹਾਲਾਤ ਬਿਲਕੁਲ ਅਲੱਗ ਹੁੰਦੇ। ਮੇਰਾ ਵਿਆਹ ਜਦੋਂ ਮੋਹਨ ਨਾਲ ਹੋਇਆ ਤਾਂ ਉਹ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਦੇ ਸੀ ਤੇ ਹੁਣ ਤੱਕ ਵੀ ਰੱਖਦੇ ਆਏ ਸੀ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਜਿਸ ਦੀ ਵਜ੍ਹਾ ਨਾਲ ਉਹ ਪਹਿਲਾਂ ਵਾਲੀ ਨੌਕਰੀ ਛੱਡ ਚੁੱਕੇ ਸੀ। ਜਦੋਂ ਉਹਨਾਂ ਨੇ ਹੁਣ ਦੂਜੀ ਨੌਕਰੀ ਜੁਆਇਨ ਕਰ ਲਈ ਤੇ ਜੁਆਇਨ ਕੀਤੇ ਨੂੰ ਕੁਝ ਹੀ ਦਿਨ ਹੋਏ ਸਨ ਕਿ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਜਾਣਾ ਪਿਆ। ਪਰ ਉਹ ਜਦੋਂ ਸ਼ੁਰੂ ਵਿੱਚ ਸ਼ਹਿਰ ਤੋਂ ਬਾਹਰ ਜਾਂਦੇ ਸੀ ਤਾਂ ਉਹ ਜਲਦੀ ਹੀ ਵਾਪਸ ਆ ਜਾਂਦੇ ਸੀ। ਉਹ ਹਰ ਰਾਤ ਨੂੰ ਵਾਪਸ ਆ ਜਾਂਦੇ ਸੀ, ਪਰ ਇਸ ਵਾਰ ਉਹਨਾਂ ਨੇ ਕੁਝ ਜ਼ਿਆਦਾ ਦਿਨ ਦੇ ਲਈ ਜਾਣਾ ਸੀ। ਇਸ ਲਈ ਮੈਨੂੰ ਕੁਝ ਡਰ ਜਿਹਾ ਲੱਗਿਆ। ਪਹਿਲਾਂ ਤਾਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਉਹਨਾਂ ਨੇ ਮੈਨੂੰ ਕਿਹਾ ਕਿ ਜਾਣਾ ਤਾਂ ਜ਼ਰੂਰੀ ਹੈ ਕਿਉਂਕਿ ਇਹ ਮੇਰੀ ਪੱਕੀ ਨੌਕਰੀ ਤਾਂ ਹੈ ਨਹੀਂ, ਜਿਸ ਕਰਕੇ ਮੈਂ ਉਹਨਾਂ ਨੂੰ ਮਨਾ ਕਰ ਸਕਾਂ। ਇਸ ਲਈ ਮੈਨੂੰ ਹਰ ਹਾਲ ਵਿੱਚ ਜਾਣਾ ਪਵੇਗਾ। ਮੈਂ ਕੀ ਕਰ ਸਕਦੀ ਸੀ? ਹੁਣ ਤਾਂ ਮੰਮੀ ਵੀ ਇਸ ਦੁਨੀਆ ਵਿੱਚ ਨਹੀਂ ਸੀ ਜੋ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂ। ਭਾਬੀ ਤੇ ਭੈਣਾਂ ਸਭ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਸੀ। ਹੁਣ ਮੈਂ ਕਿਸ ਨੂੰ ਆਪਣੇ ਕੋਲ ਬੁਲਾਉਂਦੀ? ਇਸ ਲਈ ਮੈਂ ਚੁੱਪ ਕਰਕੇ ਆਪਣੇ ਪਤੀ ਦਾ ਇੰਤਜ਼ਾਰ ਕਰਨ ਲੱਗੀ। ਪਰ ਮੈਨੂੰ ਕੀ ਪਤਾ ਸੀ ਕਿ ਉਹ ਕੁਝ ਦਿਨ ਸ਼ਹਿਰ ਤੋਂ ਬਾਹਰ ਰਹਿਣਗੇ ਤੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਮੁਸ਼ਕਿਲ ਹੋ ਜਾਵੇਗੀ। ਇੱਕ ਦਿਨ ਆਪਣੇ ਦਿਓਰ ਨੂੰ ਸਕੂਲ ਛੱਡਣ ਗਈ ਤਾਂ ਉਹ ਮੁੰਡਾ ਉੱਥੇ ਹੀ ਖੜਾ ਸੀ ਤੇ ਮੈਨੂੰ ਦੇਖਦਾ ਰਹਿ ਗਿਆ। ਇਹ ਗੱਲ ਮੇਰੇ ਦਿਓਰ ਨੇ ਨੋਟ ਕਰ ਲਈ। ਮੈਂ ਜਲਦੀ ਨਾਲ ਸਕੂਲ ਦੇ ਅੰਦਰ ਗਈ ਕਿਉਂਕਿ ਅੱਜ ਮੇਰੇ ਦਿਓਰ ਦੇ ਸਕੂਲ ਵਿੱਚ ਪੇਰੈਂਟਸ ਟੀਚਰ ਮੀਟਿੰਗ ਸੀ। ਵਿਚਾਰੀ ਮੇਰੀ ਸੱਸ ਤਾਂ ਹੈ ਨਹੀਂ ਸੀ, ਇਸ ਲਈ ਉਸ ਦੀ ਮਾਂ ਦੀ ਸੂਰਤ ਵਿੱਚ ਮੈਂ ਉਸ ਦੇ ਸਕੂਲ ਵਾਲਿਆਂ ਨੂੰ ਮਿਲਣ ਚਲੀ ਗਈ। ਜਿਵੇਂ ਹੀ ਮੈਂ ਮੀਟਿੰਗ ਕਮਰੇ ਦੇ ਅੰਦਰ ਗਈ, ਉਹ ਬਿਲਕੁਲ ਮੇਰੇ ਸਾਹਮਣੇ ਬੈਠਾ ਹੋਇਆ ਸੀ। ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਜਲਦੀ ਨਾਲ ਖੜਾ ਹੋ ਗਿਆ। ਉਸ ਦੇ ਚਿਹਰੇ ਦੀ ਮੁਸਕਰਾਹਟ ਤਾਂ ਉਹੀ ਸੀ ਜੋ ਕੁਝ ਸਾਲ ਪਹਿਲਾਂ ਸੀ। ਸਭ ਕੁਝ ਉੱਦਾਂ ਹੀ ਸੀ, ਉਹ ਬਿਲਕੁਲ ਵੀ ਨਹੀਂ ਬਦਲਿਆ ਸੀ, ਸਿਵਾਏ ਇਸ ਦੇ ਕਿ ਹੁਣ ਉਸ ਦੇ ਚਿਹਰੇ ਤੇ ਥੋੜੀ ਉਦਾਸੀ ਛਾਈ ਹੋਈ ਸੀ। ਉਹ ਬਚਪਨ ਹੁਣ ਨਹੀਂ ਸੀ। ਮੈਂ ਜਲਦੀ ਨਾਲ ਆਪਣਾ ਚਿਹਰਾ ਥੱਲੇ ਕਰ ਲਿਆ, ਪਰ ਸ਼ਾਇਦ ਦੇਰ ਹੋ ਚੁੱਕੀ ਸੀ। ਉਹ ਪਤਾ ਨਹੀਂ ਕਿੰਨੀ ਦੇਰ ਤੱਕ ਮੈਨੂੰ ਇਦਾਂ ਹੀ ਦੇਖਦਾ ਰਿਹਾ। ਅਮਨ ਨੇ ਉਸ ਨੂੰ ਸਰ ਕਹਿ ਕੇ ਉਸ ਦਾ ਧਿਆਨ ਮੇਰੇ ਵੱਲੋਂ ਹਟਾਇਆ। ਉਸਨੇ ਕਿਹਾ, ਸਰ ਇਹ ਮੇਰੀ ਭਾਬੀ ਹੈ। ਅਮਨ ਨੇ ਮੇਰੀ ਜਾਣ ਪਛਾਣ ਕਰਵਾਈ। ਉਹ ਥੋੜਾ ਹੋਸ਼ ਵਿੱਚ ਆਇਆ ਤੇ ਬਹੁਤ ਇੱਜ਼ਤ ਨਾਲ ਮੇਰੇ ਨਾਲ ਗੱਲ ਕਰਨ ਲੱਗਿਆ। ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀ, ਪਤਾ ਨਹੀਂ ਕਿਉਂ ਮੈਂ ਫਿਰ ਤੋਂ ਆਪਣੇ ਅਤੀਤ ਵਿੱਚ ਜਾ ਚੁੱਕੀ ਸੀ। ਅਮਨ ਨੇ ਉਸ ਦੀਆਂ ਨਜ਼ਰਾਂ ਤੋਂ ਜਾਂ ਪਤਾ ਨਹੀਂ ਕਿੱਥੇ ਤੋਂ ਕੀ ਸਮਝ ਲਿਆ ਸੀ। ਮੈਂ ਬਸ ਥੋੜੀ ਬਹੁਤ ਗੱਲ ਕੀਤੀ ਤੇ ਫਿਰ ਅਮਨ ਨੂੰ ਕਿਹਾ ਕਿ ਹੁਣ ਘਰ ਚੱਲ, ਘਰ ਵਿੱਚ ਬਹੁਤ ਕੰਮ ਹੈ। ਪਰ ਪਤਾ ਨਹੀਂ ਕਦੋਂ ਉਸ ਦੇ ਸਰ ਨੇ ਸਾਡੇ ਲਈ ਖਾਣ ਪੀਣ ਦਾ ਸਮਾਨ ਮੰਗਵਾ ਲਿਆ। ਅਮਨ ਖਾਂਦਾ ਜਾ ਰਿਹਾ ਸੀ ਤੇ ਕਹਿੰਦਾ ਜਾ ਰਿਹਾ ਸੀ, ਉਹ ਭਾਬੀ ਤੁਸੀਂ ਮੇਰੇ ਨਾਲ ਰੋਜ਼ ਆ ਜਾਇਆ ਕਰੋ। ਸਰ ਨੇ ਤਾਂ ਅੱਜ ਬਹੁਤ ਮੌਜ ਕਰਵਾ ਦਿੱਤੀ। ਮੈਂ ਹਿੰਮਤ ਕਰਦੇ ਹੋਏ ਸਿਰਫ 2 ਨਿਵਾਲੇ ਲਏ ਤੇ ਫਿਰ ਉੱਠ ਕੇ ਬਾਹਰ ਆ ਗਈ। ਅਮਨ ਬਹੁਤ ਦੇਰ ਬਾਅਦ ਬਾਹਰ ਆਇਆ। ਉਸ ਤੋਂ ਪਹਿਲਾਂ ਉਸ ਦਾ ਉਹੀ ਸਰ ਮੇਰੇ ਪਿੱਛੇ ਆ ਗਿਆ ਸੀ। ਮੈਂ ਤਾਂ ਖੁਦ ਨੂੰ ਪਹਿਲਾਂ ਤੋਂ ਹੀ ਬਚਾਉਂਦੀ ਹੋਈ ਆ ਰਹੀ ਸੀ। ਮੈਂ ਜਲਦੀ ਵਿੱਚ ਆਟੋ ਵਿੱਚ ਬੈਠ ਕੇ ਅਮਨ ਨੂੰ ਇਸ਼ਾਰਾ ਕੀਤਾ ਜੋ ਆਪਣੇ ਦੋਸਤਾਂ ਦੇ ਨਾਲ ਖੜਾ ਸੀ। ਅਸੀਂ ਲੋਕ ਘਰ ਵਾਪਸ ਆ ਗਏ। ਘਬਰਾਹਟ ਦੀ ਵਜ੍ਹਾ ਨਾਲ ਮੈਨੂੰ ਸਾਹ ਲੈਣ ਵਿੱਚ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ। ਅਮਨ ਘਰ ਆ ਗਿਆ ਤੇ ਕਹਿਣ ਲੱਗਾ, ਚੰਗਾ ਤਾਂ ਭਾਬੀ ਕੀ ਚੱਕਰ ਸੀ ਇਸ ਗੱਲ ਦਾ? ਮੈਂ ਉਸ ਨੂੰ ਕਿਹਾ, ਕੀ ਗੱਲ ਅਮਨ, ਕਿਸ ਬਾਰੇ ਗੱਲ ਕਰ ਰਿਹਾ ਹੈ? ਤਾਂ ਉਸਨੇ ਕਿਹਾ, ਮੈਂ ਤਾਂ ਸਰ ਹਰਸ਼ ਦੇ ਬਾਰੇ ਵਿੱਚ ਗੱਲ ਕਰ ਰਿਹਾ ਹਾਂ। ਕਿੰਨੇ ਚੰਗੇ ਹੈ ਨਾ, ਤੁਸੀਂ ਜਾਣਦੇ ਹੋ ਉਹਨਾਂ ਨੂੰ ਪਹਿਲਾਂ ਤੋਂ? ਮੈਂ ਕਿਹਾ, ਨਹੀਂ ਮੈਂ ਤਾਂ ਨਹੀਂ ਜਾਣਦੀ, ਮੇਰਾ ਤਾਂ ਉਹਨਾਂ ਨਾਲ ਦੂਰ ਤੱਕ ਕੋਈ ਤਾਲੁਕ ਨਹੀਂ ਹੈ। ਚੰਗਾ ਭਾਬੀ, ਕਿਉਂ ਇੰਨੀ ਜ਼ਿਆਦਾ ਘਬਰਾ ਰਹੀ ਹੋ? ਮੈਂ ਕਿਹਾ, ਮੈਂ ਤੇਰੇ ਭਰਾ ਦੀ ਵਜ੍ਹਾ ਨਾਲ ਪਰੇਸ਼ਾਨ ਹਾਂ, ਉਹ ਪਤਾ ਨਹੀਂ ਕਦੋਂ ਵਾਪਸ ਆਉਣਗੇ। ਮੈਂ ਬਹੁਤ ਚਿੰਤਾ ਨਾਲ ਕਿਹਾ ਤੇ ਹੱਥ ਵਿੱਚ ਫੜੇ ਗਿਲਾਸ ਦੀ ਥਰਥਰਾਟ ਦੀ ਵਜ੍ਹਾ ਨਾਲ ਉਹ ਮਹਿਸੂਸ ਹੋ ਰਿਹਾ ਸੀ। ਗੱਲ ਕਰਨ ਦੇ ਬਾਅਦ ਉਹ ਮੈਨੂੰ ਤਾਨੇ ਕੱਸਦੇ ਹੋਏ ਹੱਸਿਆ ਤੇ ਕਹਿਣ ਲੱਗਿਆ ਕਿ ਭਾਈ ਇੱਥੇ ਨਹੀਂ ਹੈ ਤਾਂ ਕੀ ਹੋਇਆ, ਹਰਸ਼ ਸਰ ਤਾਂ ਹੈ ਨਾ। ਉਸਨੇ ਇਦਾਂ ਇਸ ਲਈ ਕਿਹਾ ਤਾਂ ਕਿ ਮੈਂ ਇਹ ਸਮਝ ਸਕਾਂ ਕਿ ਉਹ ਹਰ ਗੱਲ ਜਾਣ ਚੁੱਕਿਆ ਹੈ। ਮੈਂ ਇੰਨੀ ਜ਼ਿਆਦਾ ਡਰ ਗਈ ਸੀ ਕਿ ਮੈਂ ਉਸਦੇ ਅੱਗੇ ਹੱਥ ਜੋੜ ਦਿੱਤੇ ਕਿ ਰੱਬ ਦੇ ਵਾਸਤੇ ਇਹ ਗੱਲ ਕਿਸੇ ਨੂੰ ਵੀ ਨਾ ਦੱਸਣਾ। ਤਾਂ ਉਹ ਕਹਿਣ ਲੱਗਿਆ ਕਿ ਇਹ ਤਾਂ ਮੇਰੇ ਉੱਪਰ ਹੈ ਨਾ ਕਿ ਮੈਂ ਇਸ ਰਾਜ਼ ਨੂੰ ਕਦੋਂ ਤੱਕ ਆਪਣੇ ਦਿਮਾਗ ਵਿੱਚ ਰੱਖਦਾ ਹਾਂ। ਪਰ ਭਾਬੀ, ਤੁਹਾਨੂੰ ਦੇਖ ਕੇ ਲੱਗਦਾ ਨਹੀਂ ਕਿ ਤੁਸੀਂ ਇਸ ਕਦਰ। ਮੈਂ ਤਾਂ ਬਹੁਤ ਸਿੱਧੀ ਸਾਦੀ ਸਮਝਦਾ ਸੀ
ਤੇ ਤੁਸੀਂ ਲੱਗਦੇ ਵੀ ਕੁਝ ਇਦਾਂ ਦੇ ਹੀ ਹੋ, ਪਰ ਤੁਸੀਂ ਕਿੱਦਾਂ ਦੇ ਗੁਲ ਆਪਣੇ ਜ਼ਮਾਨੇ ਵਿੱਚ ਖਿਲਾਏ ਹੋਏ ਹਨ। ਤੁਸੀਂ ਦੇਖੋ ਕਿਵੇਂ ਪਰਦੇ ਉੱਠ ਰਹੇ ਹਨ ਤੇ ਕਿਵੇਂ ਭੇਦ ਖੁੱਲ ਰਹੇ ਹਨ। ਪਰ ਕੋਈ ਗੱਲ ਨਹੀਂ, ਜੇ ਤੁਸੀਂ ਮੇਰਾ ਇੱਕ ਕੰਮ ਕਰ ਦੋਗੇ ਤਾਂ ਮੈਂ ਇਹ ਰਾਜ਼ ਕਿਸੇ ਨੂੰ ਵੀ ਨਹੀਂ ਦੱਸੂੰਗਾ। ਪਰ ਇਸ ਲਈ ਤੁਹਾਨੂੰ ਮੇਰੀ ਇੱਕ ਸ਼ਰਤ ਪੂਰੀ ਕਰਨੀ ਹੋਵੇਗੀ। ਮੈਂ ਇੰਨੀ ਜ਼ਿਆਦਾ ਡਰ ਗਈ ਸੀ ਤੇ ਇੰਨੀ ਵੱਡੀ ਮੁਸੀਬਤ ਵਿੱਚ ਫਸ ਗਈ ਸੀ ਕਿ ਮੈਂ ਉਸ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਹਾਂ ਕਰ ਦਿੱਤੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਹਰ ਸ਼ਰਤ ਮਨਜ਼ੂਰ ਹੈ, ਕਿਉਂਕਿ ਮੇਰੇ ਦਿਮਾਗ ਵਿੱਚ ਤਾਂ ਇਹੀ ਸੀ ਕਿ ਉਹ ਮੇਰੇ ਤੋਂ ਪੈਸੇ ਮੰਗੇਗਾ ਜਾਂ ਕੋਈ ਕੀਮਤੀ ਚੀਜ਼। ਇਸ ਲਈ ਮੈਂ ਬਹੁਤ ਜ਼ਿਆਦਾ ਬੇਚੈਨ ਸੀ ਕਿ ਅਮਨ, ਤੈਨੂੰ ਜੋ ਕੁਝ ਚਾਹੀਦਾ ਹੈ ਮੈਨੂੰ ਦੱਸ, ਮੈਂ ਤੈਨੂੰ ਦੇ ਦੇਵਾਂਗੀ। ਮੇਰਾ ਇਹਨਾਂ ਜੋੜੇ ਹੋਏ ਹੱਥਾਂ ਵੱਲ ਦੇਖ। ਰੱਬ ਦੇ ਲਈ ਕਿਸੇ ਨੂੰ ਨਹੀਂ ਦੱਸਣਾ। ਜੀ, ਮੈਂ ਕਿਸੇ ਨੂੰ ਨਹੀਂ ਦੱਸੂੰਗਾ, ਪਰ ਇਸ ਸ਼ਰਤ ਨੂੰ ਪੂਰਾ ਹੋਣ ਦੇ ਬਾਅਦ, ਤੇ ਉਹ ਸ਼ਰਤ ਮੈਂ ਤੁਹਾਨੂੰ ਪਰਸੋਂ ਹੀ ਦੱਸਾਂਗਾ। ਮੈਂ ਕਿਹਾ ਅੱਜ ਹੀ ਦੱਸ ਦੇ, ਕਿਉਂਕਿ ਮੈਂ ਨਹੀਂ ਚਾਹੁੰਦੀ ਇਸ ਕੰਮ ਵਿੱਚ ਹੋਰ ਜ਼ਿਆਦਾ ਦੇਰ ਹੋਵੇ। ਅਰੇ ਭਾਬੀ, ਮੈਂ ਅੱਜ ਬਹੁਤ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਹਾਂ। ਪਰਸੋਂ ਤੈਨੂੰ ਜ਼ਰੂਰ ਦੱਸ ਦੇਵਾਂਗਾ ਜਾਂ ਕੱਲ। ਤੁਸੀਂ ਇੰਨੇ ਬੇਚੈਨ ਨਾ ਹੋ। ਇਹ ਕਹਿ ਕੇ ਉਹ ਬਾਹਰ ਚਲਾ ਗਿਆ ਤੇ ਮੈਨੂੰ ਪੂਰੀ ਰਾਤ ਲਈ ਸੋਚ ਵਿੱਚ ਛੱਡ ਗਿਆ। ਖੈਰ, ਮੈਂ ਹਿੰਮਤ ਕੀਤੀ ਤੇ ਆਪਣੇ ਕੰਮ ਕੀਤੇ। ਇਸੇ ਪਲ ਮੋਹਨ ਦਾ ਫੋਨ ਆ ਗਿਆ ਤੇ ਮੇਰਾ ਜਿਸਮ ਪੂਰੇ ਤਰੀਕੇ ਨਾਲ ਕੰਬਣ ਲੱਗਾ। ਮੈਨੂੰ ਲੱਗਿਆ ਕਿ ਸ਼ਾਇਦ ਅਮਨ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਹੈ। ਬਹੁਤ ਦੇਰ ਰਿੰਗ ਵੱਜਣ ਤੋਂ ਬਾਅਦ ਵੀ ਮੈਂ ਉਹਨਾਂ ਦਾ ਫੋਨ ਨਹੀਂ ਉਠਾਇਆ ਤੇ ਉਹ ਬੋਲ ਕੇ ਖੁਦ ਹੀ ਬੰਦ ਹੋ ਗਿਆ। ਅਮਨ ਪੂਰਾ ਦਿਨ ਬਾਹਰ ਘੁੰਮਣ ਦੇ ਬਾਅਦ ਘਰ ਵਾਪਸ ਆਇਆ ਤਾਂ ਮੈਂ ਉਸ ਦਾ ਹੀ ਇੰਤਜ਼ਾਰ ਕਰ ਰਹੀ ਸੀ। ਉਹ ਮੈਨੂੰ ਕਹਿਣ ਲੱਗਿਆ ਕਿ ਭਾਬੀ, ਸ਼ਰਤ ਤਾਂ ਮੈਂ ਪਰਸੋਂ ਹੀ ਦੱਸੂਗਾ ਤੇ ਖਾਣਾ ਮੈਂ ਆਪਣੇ ਦੋਸਤਾਂ ਨਾਲ ਬਾਹਰ ਖਾ ਲਿਆ ਹੈ, ਇਸ ਲਈ ਤੁਸੀਂ ਜਾ ਕੇ ਆਪਣੇ ਕਮਰੇ ਵਿੱਚ ਸੋ ਜਾਓ। ਭਰਾ ਕੱਲ ਜਾਂ ਪਰਸੋਂ ਆ ਜਾਵੇਗਾ। ਉਹ ਇਸ ਤਰ੍ਹਾਂ ਸਟਾਈਲ ਨਾਲ ਕਹਿ ਰਿਹਾ ਸੀ ਕਿ ਮੈਂ ਉਸ ਦੀ ਉਮਰ ਤੇ ਉਸ ਦੇ ਸੁਭਾਅ ਦਾ ਅੰਦਾਜ਼ਾ ਕਰਨ ਲੱਗੀ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਸਾਰੀ ਰਾਤ ਟੈਨਸ਼ਨ ਵਿੱਚ ਹੀ ਰਹੀ। ਨਾ ਮੈਂ ਢੰਗ ਨਾਲ ਖਾ ਸਕੀ ਤੇ ਨਾ ਹੀ ਪੀ ਸਕੀ। ਪਤਾ ਨਹੀਂ ਮੈਨੂੰ ਇਦਾਂ ਕਿਉਂ ਲੱਗਿਆ ਕਿ ਨਾਲ ਵਾਲੇ ਕਮਰੇ ਵਿੱਚ ਕੋਈ ਗੱਲ ਕਰ ਰਿਹਾ ਹੈ। ਸਾਡੇ ਘਰ ਵਿੱਚ ਸਾਰੇ ਕਮਰੇ ਇਦਾਂ ਹੀ ਬਰਾਬਰ ਸੀ। ਮੈਨੂੰ ਆਵਾਜ਼ ਪਹਿਲਾਂ ਤੋਂ ਹੋਰ ਜ਼ਿਆਦਾ ਤੇਜ਼ ਆਉਣ ਲੱਗੀ ਤਾਂ ਮੈਂ ਆਪਣੇ ਕਮਰੇ ਦੀ ਕੰਧ ਦੇ ਸੁਰਾਖ ਵਿੱਚੋਂ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ, ਕਿਉਂਕਿ ਨਾਲ ਵਾਲੇ ਕਮਰੇ ਵਿੱਚ ਮੇਰਾ ਦਿਓਰ ਇੱਕ ਔਰਤ ਨਾਲ ਜੁੜ ਕੇ ਬੈਠਿਆ ਹੋਇਆ ਸੀ। ਉਹ ਔਰਤ ਉਸਦੇ ਬਹੁਤ ਜ਼ਿਆਦਾ ਨੇੜੇ ਸੀ ਤੇ ਉਹ ਉਸਦੇ ਕੰਨ ਵਿੱਚ ਬਾਰ-ਬਾਰ ਕੋਈ ਗੱਲ ਕਹਿ ਰਿਹਾ ਸੀ। ਇਹ ਸਿਲਸਿਲਾ ਬਹੁਤ ਦੇਰ ਤੱਕ ਚੱਲਦਾ ਰਿਹਾ। ਪਹਿਲਾਂ ਤਾਂ ਮੇਰਾ ਦਿਲ ਕੀਤਾ ਕਿ ਹੁਣੇ ਜਾ ਕੇ ਇਸ ਦਾ ਹੱਥ ਫੜ ਕੇ ਇਸ ਦੇ ਮੂੰਹ ਤੇ ਇੰਨੇ ਥੱਪੜ ਮਾਰਾ ਕਿ ਗਿਣ ਨਾ ਸਕੇ। ਪਰ ਫਿਰ ਅਗਲੇ ਹੀ ਪਲ ਮੈਨੂੰ ਇਹ ਸੋਚ ਪਰੇਸ਼ਾਨ ਕਰ ਲੱਗੀ ਕਿ ਅਮਨ ਬਹੁਤ ਜ਼ਿਆਦਾ ਤੇਜ਼ ਹੈ। ਇਹ ਨਾ ਹੋਵੇ ਕਿ ਮੇਰੇ ਜਾਣ ਤੇ ਉਹ ਇਸ ਔਰਤ ਨੂੰ ਇੱਧਰ-ਉੱਧਰ ਲੁਕਾ ਦੇਵੇ ਤੇ ਫਿਰ ਆਪਣੀ ਗਲਤੀ ਨੂੰ ਮੰਨੇ ਹੀ ਨਾ, ਕਹੇ ਕਿ ਮੈਂ ਤਾਂ ਕੁਝ ਨਹੀਂ ਕੀਤਾ। ਇਸ ਲਈ ਮੈਂ 1-2 ਦਿਨ ਇੰਤਜ਼ਾਰ ਕਰਨ ਦਾ ਸੋਚਿਆ ਕਿ ਮੈਂ ਇਸ ਨੂੰ ਜੇ ਦੁਬਾਰਾ ਇਸ ਹਾਲਤ ਵਿੱਚ ਦੇਖਿਆ ਤਾਂ ਫਿਰ ਮੈਂ ਇਸ ਨੂੰ ਕਦੇ ਵੀ ਮਾਫ ਨਹੀਂ ਕਰੂੰਗੀ। ਖੈਰ, ਬਹੁਤ ਹੀ ਮੁਸ਼ਕਲ ਨਾਲ ਇਹ ਰਾਤ ਲੰਘੀ। ਕੱਲ ਗੁੱਡ ਫਰਾਈਡੇ ਸੀ, ਇਸ ਲਈ ਉਸ ਨੂੰ ਸਕੂਲ ਨਹੀਂ ਜਾਣਾ ਸੀ। ਉਸ ਦੇ ਸਕੂਲ ਦੀ ਛੁੱਟੀ ਸੀ, ਇਸ ਲਈ ਮੈਂ ਵੀ ਬੇਸੋਚ ਹੋ ਕੇ ਪਈ ਰਹੀ। ਪਰ ਜਿਵੇਂ ਮੈਨੂੰ ਯਾਦ ਆਇਆ ਤਾਂ ਮੈਂ ਜਲਦੀ ਨਾਲ ਉੱਠੀ ਤੇ ਜਾ ਕੇ ਅਮਨ ਨੂੰ ਜਗਾਇਆ। ਉਹ ਇੱਕਦਮ ਹੜਬੜਾ ਕੇ ਉੱਠ ਗਿਆ ਤੇ ਕਹਿਣ ਲੱਗਿਆ ਕਿ ਭਾਬੀ, ਘੱਟ ਤੋਂ ਘੱਟ ਛੁੱਟੀ ਵਾਲੇ ਦਿਨ ਤਾਂ ਮੈਨੂੰ ਆਰਾਮ ਨਾਲ ਸੌਣ ਦਿਆ ਕਰੋ। ਉਹ ਮੈਂ ਕਹਿ ਰਹੀ ਸੀ ਕਿ ਮੈਂ ਗਰਮ-ਗਰਮ ਨਾਸ਼ਤਾ ਬਣਾਉਣ ਜਾ ਰਹੀ ਹਾਂ, ਤੂੰ ਵੀ ਖਾ ਲੈ। ਉਹ ਮੇਰੇ ਚਿਹਰੇ ਵੱਲ ਦੇਖਣ ਲੱਗਿਆ, ਫਿਰ ਮੈਨੂੰ ਬਿਨਾਂ ਕੁਝ ਕਹੇ ਹੀ ਮੇਰੇ ਪਿੱਛੇ ਰਸੋਈ ਵਿੱਚ ਆ ਗਿਆ। ਮੈਂ ਉਸ ਨੂੰ ਕਿਹਾ, ਕੀ ਗੱਲ, ਰਾਤ ਨੂੰ ਸੋਇਆ ਨਹੀਂ ਹੈ? ਮੈਂ ਤਾਂ ਇੱਕ ਵੈਸੇ ਹੀ ਗੱਲ ਕੀਤੀ ਸੀ। ਪਰ ਉਹ ਮੇਰੀ ਗੱਲ ਦਾ ਗਲਤ ਮਤਲਬ ਲੈ ਗਿਆ ਤੇ ਕਹਿਣ ਲੱਗਿਆ ਕਿ ਭਾਬੀ, ਰਾਤ ਨੂੰ ਜਾਗਣਾ ਤਾਂ ਤੁਹਾਡਾ ਕੰਮ ਹੈ, ਕਿਸੇ ਦੀਆਂ ਯਾਦਾਂ ਵਿੱਚ। ਮੈਂ ਭਲਾ ਮਾਸੂਮ ਜਿਹਾ ਬੱਚਾ ਕੀ ਕਰੂੰਗਾ ਰਾਤ ਨੂੰ ਜਾਗ ਕੇ? ਮੈਂ ਉਸ ਦੀ ਇਸ ਗੱਲ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਗਈ ਤੇ ਫਿਰ ਹੋਰ ਕੋਈ ਗੱਲ ਨਾ ਕਰ ਸਕੀ। ਉਹ ਬਹੁਤ ਮਜ਼ੇ ਨਾਲ ਨਾਸ਼ਤਾ ਕਰਨ ਲੱਗਿਆ ਤੇ ਜਦੋਂ ਪੇਟ ਭਰ ਗਿਆ ਮੈਨੂੰ ਕਹਿਣ ਲੱਗਿਆ ਕਿ ਭਾਬੀ, ਮੇਰੀ ਗੱਲ ਸੁਣੋ, ਤੁਸੀਂ ਐਵੇਂ ਹੀ ਡਰੀ ਨਾ ਜਾਇਆ ਕਰੋ। ਬਹੁਤ ਚੰਗੇ ਹੋ ਤੁਸੀਂ, ਤੇ ਤੁਸੀਂ ਮੇਰੀ ਸ਼ਰਤ ਸੁਣ ਲਓ। ਮੈਂ ਇੱਕ ਹੀ ਸ਼ਰਤ ਤੇ ਭਰਾ ਨੂੰ ਇਹ ਗੱਲ ਨਹੀਂ ਦੱਸੂੰਗਾ। ਜੇ ਤੁਸੀਂ ਮੇਰੀ ਇਹ ਗੱਲ ਮੰਨ ਲਓ ਤੇ ਇਸ ਦੇ ਬਾਅਦ ਅਮਨ ਨੇ ਮੈਨੂੰ ਜੋ ਕੁਝ ਕਿਹਾ ਉਹ ਸੁਣਨ ਦੀ ਹਿੰਮਤ ਮੈਂ ਕਿੱਥੋਂ ਲੈ ਆਈ? ਮੈਂ ਕਿਸ ਤਰ੍ਹਾਂ ਨਾਲ ਉਹ ਗੱਲ ਸੁਣੀ ਤੇ ਕਿਸ ਤਰ੍ਹਾਂ ਨਾਲ ਉਹ ਗੱਲ ਸਹਿ ਸਕੀ? ਇਹ ਤਾਂ ਮੇਰਾ ਰੱਬ ਹੀ ਜਾਣਦਾ ਹੈ। ਮੈਂ ਕਿਹਾ, ਅਮਨ, ਤੈਨੂੰ ਸ਼ਰਮ ਕਿਉਂ ਨਹੀਂ ਆਈ? ਇਹ ਗੱਲ ਕਹਿੰਦੇ ਹੋਏ ਹੰਝੂ ਮੇਰੀਆਂ ਅੱਖਾਂ ਤੋਂ ਤੇਜ਼ੀ ਨਾਲ ਵਹਿ ਰਹੇ ਸੀ। ਮੈਂ ਲਗਾਤਾਰ ਉਸ ਨੂੰ ਦੇਖੀ ਜਾ ਰਹੀ ਸੀ ਕਿ ਸ਼ਾਇਦ ਉਹ ਆਪਣੀ ਕਹੀ ਗੱਲ ਤੇ ਸ਼ਰਮਿੰਦਾ ਹੋ ਜਾਵੇ ਜਾਂ ਇਹ ਸਮਝਣ ਦੇ ਕਾਬਿਲ ਹੋ ਜਾਵੇ ਕਿ ਇਹ ਮੇਰੀ ਭਾਬੀ ਹੀ ਨਹੀਂ
ਇਹ ਤਾਂ ਮੇਰੀ ਮਾਂ ਹੈ। ਮੈਂ ਉਸ ਨਾਲ ਹਮੇਸ਼ਾ ਮਾਂ ਵਰਗਾ ਹੀ ਸਲੂਕ ਕੀਤਾ ਹੈ, ਪਰ ਕਦੇ ਦਿਓਰ ਵੀ ਭਾਬੀ ਮਾਂ ਵਰਗੇ ਰਿਸ਼ਤੇ ਨੂੰ ਸਮਝ ਸਕਿਆ ਹੈ ਕਿ ਉਹ ਕਦੇ ਵੀ ਨਹੀਂ ਸਮਝਦਾ। ਇਸ ਲਈ ਹੀ ਇਸ ਘਟੀਆ ਇਨਸਾਨ ਨੇ ਇੰਨੀ ਛੋਟੀ ਉਮਰ ਵਿੱਚ ਇੰਨੀ ਘਟੀਆ ਗੱਲ ਕਰ ਦਿੱਤੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਅੰਦਾਜ਼ਾ ਵੀ ਹੈ ਕਿ ਤੂੰ ਕੀ ਕਹਿ ਰਿਹਾ ਹੈ? ਉਸਨੇ ਕਿਹਾ, ਹਾਂ ਮੈਨੂੰ ਅੰਦਾਜ਼ਾ ਹੈ ਕਿ ਮੈਂ ਕੀ ਕਹਿ ਰਿਹਾ ਹਾਂ। ਮੈਂ ਉਹੀ ਕਹਿ ਰਿਹਾ ਹਾਂ ਜੋ ਤੂੰ ਸੁਣ ਰਹੀ ਹੈ। ਜੇ ਤੁਸੀਂ ਮੇਰੀ ਗੱਲ ਤੇ ਧਿਆਨ ਨਹੀਂ ਦਿੱਤਾ ਤਾਂ ਤੁਸੀਂ ਇਸ ਦੇ ਜ਼ਿੰਮੇਵਾਰ ਖੁਦ ਹੋਵੋਗੇ। ਇਹ ਬਿਲਕੁਲ ਉਹੀ ਗੱਲ ਹੋਈ, ਅੱਗੇ ਖੂ ਤੇ ਪਿੱਛੇ ਖਾਈ। ਜੇ ਮੈਂ ਇਸ ਦੀ ਗੱਲ ਨਹੀਂ ਮੰਨਦੀ ਤਾਂ ਵੀ ਫਸਦੀ ਹਾਂ, ਜੇ ਮੰਨ ਲੈਂਦੀ ਹਾਂ ਤਾਂ ਵੀ ਮੈਂ ਹੀ ਮਰਦੀ ਹਾਂ। ਇਸ ਲਈ ਬਹੁਤ ਸੋਚਣ ਸਮਝਣ ਤੋਂ ਬਾਅਦ ਮੈਂ ਇਹ ਸੋਚ ਲਿਆ ਕਿ ਇੱਦਾਂ ਦੀ ਜ਼ਿੰਦਗੀ ਤੋਂ ਤਾਂ ਮੌਤ ਹੀ ਚੰਗੀ ਹੈ। ਬੇਸੁਮਾਰ ਹੰਝੂ ਮੇਰੀਆਂ ਅੱਖਾਂ ਵਿੱਚੋਂ ਵਹਿੰਦੇ ਹੋਏ ਮੇਰੀਆਂ ਗੱਲਾਂ ਤੇ ਆ ਗਏ ਤੇ ਮੈਂ ਇਹੀ ਕਹਿ ਰਹੀ ਸੀ ਕਿ ਰੱਬਾ ਮੇਰੀ ਮਦਦ ਕਰ ਦੇ, ਮੈਂ ਕੀ ਕਰਾਂ? ਮੈਂ ਉੱਥੇ ਰਸੋਈ ਦੇ ਟੇਬਲ ਤੇ ਬੈਠ ਗਈ। ਆਖਰ ਮੈਂ ਇਹ ਸ਼ਰਤ ਕਿਵੇਂ ਮੰਨਾਂ? ਮੈਂ ਕੀ ਕਰਾਂ? ਮੈਂ ਇਹ ਸੋਚਦੀ ਰਹੀ, ਪਰ ਮੈਂ ਕੁਝ ਸਮਝ ਨਹੀਂ ਸਕੀ ਤੇ ਫਿਰ ਮੇਰਾ ਖਾਣਾ ਵੀ ਜਲ ਗਿਆ ਤੇ ਨਾ ਮੈਂ ਨਾਸ਼ਤਾ ਕਰ ਸਕੀ ਤੇ ਨਾ ਕੁਝ ਹੋਰ। ਮੈਂ ਬਸ ਉੱਥੇ ਰਸੋਈ ਵਿੱਚ ਬੈਠੀ ਰੋਂਦੀ ਰਹੀ। ਅਮਨ ਕਿਤੇ ਬਾਹਰ ਜਾ ਚੁੱਕਿਆ ਸੀ। ਮੇਰੇ ਦਿਲ ਵਿੱਚ ਉਸ ਲਈ ਨਫ਼ਰਤ ਹੀ ਨਿਕਲ ਰਹੀ ਸੀ ਕਿ ਇੰਨਾ ਛੋਟਾ ਜਿਹਾ ਮੁੰਡਾ ਮੇਰੇ ਦਿਨ ਰਾਤ ਦੇ ਚੈਨ ਸਕੂਨ ਦਾ ਕਿੰਨਾ ਵੱਡਾ ਦੁਸ਼ਮਣ ਬਣ ਚੁੱਕਿਆ ਹੈ। ਰੱਬ ਉਸ ਨੂੰ ਅਕਲ ਦੇਵੇ। ਹੁਣੇ ਉਸ ਨੂੰ ਬਾਹਰ ਗਏ ਹੋਏ ਕੁਝ ਦੇਰ ਹੀ ਹੋਈ ਸੀ ਕਿ ਉਹ ਵਾਪਸ ਆ ਗਿਆ ਤੇ ਕਹਿਣ ਲੱਗਾ ਕਿ ਭਾਬੀ ਤੁਸੀਂ ਕੀ ਸੋਚਿਆ? ਮੈਂ ਕਿਹਾ, ਅਮਨ ਇਹ ਸਭ ਤੂੰ ਕੀ ਕਰ ਰਿਹਾ ਹੈ? ਕਿਸ ਗੱਲ ਦਾ ਬਦਲਾ ਤੂੰ ਮੇਰੇ ਤੋਂ ਲੈ ਰਿਹਾ ਹੈ? ਭਾਬੀ ਜੀ, ਮੈਂ ਕਿਸ ਗੱਲ ਦਾ ਬਦਲਾ ਤੁਹਾਡੇ ਤੋਂ ਲੈਣਾ ਹੈ? ਤੁਸੀਂ ਤਾਂ ਮੇਰੀ ਮਾਂ ਵਰਗੇ ਹੀ ਹੋ। ਤੇ ਫਿਰ ਭਲਾ ਆਪਣੀ ਮਾਂ ਨੂੰ ਕੌਣ ਤੰਗ ਕਰਦਾ ਹੈ? ਉਸ ਦੀ ਇੱਕ ਇੱਕ ਗੱਲ ਤੇ ਸ਼ੈਤਾਨੀਅਤ ਝਲਕ ਰਹੀ ਸੀ। ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਉਸ ਦਾ ਮੂੰਹ ਦਬੋਚ ਕੇ ਰੱਖ ਦੇਵਾਂ, ਉਸ ਦੇ ਮੂੰਹ ਤੇ ਇੰਨੇ ਥੱਪੜ ਮਾਰਾਂ ਕਿ ਇਸ ਨੂੰ ਸਭ ਹੋਸ਼ ਆ ਜਾਵੇ। ਕਹਿਣ ਲੱਗਿਆ, ਭਾਬੀ ਜੀ ਫਿਰ ਅੱਜ ਰਾਤ ਨੂੰ ਤਿਆਰ ਰਹਿਣਾ, ਮੈਂ ਤੁਹਾਡਾ ਇੰਤਜ਼ਾਰ ਕਰੂੰਗਾ। ਰੱਬਾ ਮੈਨੂੰ ਕਿਸ ਗੁਨਾਹ ਦੀ ਸਜ਼ਾ ਮਿਲ ਰਹੀ ਹੈ? ਮੈਂ ਤਾਂ ਅਰਦਾਸ ਹੀ ਕਰ ਰਹੀ ਸੀ, ਰੱਬ ਦਿਨ ਨੂੰ ਹੋਰ ਵੱਡਾ ਕਰ ਦੇ, ਰਾਤ ਕਦੇ ਨਾ ਹੋਵੇ, ਕਿਉਂਕਿ ਇਸ ਰਾਤ ਨੇ ਤਾਂ ਮੇਰੇ ਮੂੰਹ ਤੇ ਕਾਲਕ ਹੀ ਮਲ ਦੇਣੀ ਸੀ, ਕਿਉਂਕਿ ਇਸ ਕਾਲਕ ਦੀ ਸ਼ਾਹੀ ਨਾਲ ਮੇਰੀ ਚਾਨਣ ਭਰੀ ਜ਼ਿੰਦਗੀ ਵਿੱਚ ਹਨੇਰਾ ਛਾ ਜਾਵੇਗਾ। ਮੈਂ ਚੁੱਪਚਾਪ ਬੈਠੀ ਸੋਚਦੀ ਰਹੀ। ਮੈਂ ਦੇਖਿਆ ਦਿਨ ਛਿਪਣ ਲੱਗਾ, ਮਤਲਬ ਕਿ ਰਾਤ ਹੋਣ ਵਿੱਚ ਕੁਝ ਹੀ ਦੇਰ ਬਾਕੀ ਹੈ, ਮਤਲਬ ਕਿ ਮੈਨੂੰ ਮੌਤ ਆਉਣ ਵਿੱਚ ਕੁਝ ਹੀ ਦੇਰ ਬਾਕੀ ਹੈ। ਦੇਖਦੇ ਹੀ ਦੇਖਦੇ ਰਾਤ ਦੇ 9 ਵੱਜ ਗਏ ਤੇ ਮੈਂ ਖਾਣਾ ਬਣਾਉਣ ਲੱਗ ਗਈ ਤੇ ਖਾਣਾ ਬਣਾ ਕੇ ਮੈਂ ਨਹਾ ਧੋ ਕੇ ਰੱਬ ਨੂੰ ਅਰਦਾਸ ਕਰਨ ਲੱਗੀ। ਮੈਂ ਅਜੇ ਅਰਦਾਸ ਕਰਨ ਲਈ ਖੜੀ ਹੋਈ ਹੀ ਸੀ ਕਿ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਦਸਤਕ ਹੋਣ ਲੱਗੀ, ਪਰ ਮੈਂ ਦਰਵਾਜ਼ੇ ਤੇ ਹੋਣ ਵਾਲੀ ਦਸਤਕ ਦੀ ਪਰਵਾਹ ਕੀਤੇ ਬਿਨਾਂ ਹੀ ਪੂਜਾ ਨੂੰ ਚਾਲੂ ਰੱਖਿਆ। ਦਸਤਕ ਹੁਣ ਤੱਕ ਹੋ ਰਹੀ ਸੀ, ਪਰ ਮੈਂ ਇਸ ਪਾਪ ਤੋਂ ਬਚਣ ਦੇ ਲਈ ਰੱਬ ਦੇ ਸਾਹਮਣੇ ਹੀ ਖੜੀ ਰਹਿਣਾ ਚਾਹੁੰਦੀ ਸੀ। ਹੁਣ ਦਰਵਾਜ਼ੇ ਤੇ ਹੋਣ ਵਾਲੀ ਦਸਤਕ ਰੁਕ ਚੁੱਕੀ ਸੀ ਤੇ ਮੈਂ ਵੀ ਪੂਜਾ ਕਰ ਚੁੱਕੀ ਸੀ। ਉਸੇ ਸਮੇਂ ਮੈਨੂੰ ਬਾਹਰ ਵਾਲਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ। ਮੈਂ ਤੇਜ਼ੀ ਨਾਲ ਉੱਠੀ ਤੇ ਆਪਣੇ ਕਮਰੇ ਦੀ ਕੁੰਡੀ ਲਗਾ ਦਿੱਤੀ। ਦਰਵਾਜ਼ੇ ਤੇ ਅਮਨ ਹੀ ਸੀ। ਉਸ ਕੋਲ ਨਕਲੀ ਚਾਬੀ ਹੁੰਦੀ ਸੀ, ਇਸ ਲਈ ਉਹ ਘਰ ਵਿੱਚ ਆ ਚੁੱਕਿਆ ਸੀ। ਉਸਨੇ ਮੇਰੇ ਦਰਵਾਜ਼ੇ ਨੂੰ ਖੂਬ ਖੜਕਾਇਆ, ਪਰ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਬਸ ਉਸ ਦੀ ਇਹ ਆਵਾਜ਼ ਆਈ ਕਿ ਭਾਬੀ ਤੁਸੀਂ ਆਪਣੇ ਲਈ ਖੁਦ ਮੁਸੀਬਤ ਬੁਲਾ ਰਹੇ ਹੋ, ਤੁਹਾਨੂੰ ਆਪਣਾ ਖੁਦ ਅਹਿਸਾਸ ਨਹੀਂ ਹੈ ਤਾਂ ਕੋਈ ਤੁਹਾਡਾ ਅਹਿਸਾਸ ਇਸ ਤਰ੍ਹਾਂ ਨਾਲ ਕਰੇਗਾ। ਉਹ ਬਹੁਤ ਦੇਰ ਤੱਕ ਦਰਵਾਜ਼ੇ ਤੇ ਖੜਾ ਹੋ ਕੇ ਬੋਲ ਕੇ ਚਲਾ ਗਿਆ, ਪਰ ਮੈਂ ਵੀ ਸੋਚ ਲਿਆ ਸੀ ਕਿ ਅੱਜ ਰਾਤ ਮੈਂ ਦਰਵਾਜ਼ਾ ਨਹੀਂ ਖੋਲੂੰਗੀ, ਫਿਰ ਚਾਹੇ ਕੁਝ ਵੀ ਹੋ ਜਾਵੇ ਦੇਖ ਲਵਾਂਗੀ। ਪੂਰੀ ਰਾਤ ਮੈਂ ਸਕੂਨ ਨਾਲ ਸੋ ਕੇ ਗੁਜ਼ਾਰੀ ਤੇ ਫਿਰ ਸਵੇਰੇ ਉੱਠਦੇ ਹੀ ਮੈਂ ਰਸੋਈ ਵਿੱਚ ਗਈ ਤੇ ਮੈਂ ਅਮਨ ਨੂੰ ਕਿਹਾ ਕਿ ਅੱਜ ਤੋਂ ਤੂੰ ਖੁਦ ਹੀ ਸਕੂਲ ਚਲੇ ਜਾਇਆ ਕਰ, ਕਿਉਂਕਿ ਮੈਨੂੰ ਬਹੁਤ ਸਾਰੇ ਕੰਮ ਹੁੰਦੇ ਹਨ। ਉਹ ਮੇਰੇ ਮੂੰਹ ਵੱਲ ਦੇਖ ਰਿਹਾ ਸੀ। ਉਸਨੇ ਮੈਨੂੰ ਇੱਕ ਸ਼ਬਦ ਵੀ ਨਹੀਂ ਕਿਹਾ। ਨਾਲ ਹੀ ਉਸਨੇ ਆਪਣਾ ਬੈਗ ਉਠਾਇਆ ਤੇ ਘਰ ਤੋਂ ਬਾਹਰ ਨਿਕਲ ਗਿਆ, ਪਰ ਮੈਂ ਕੁਝ ਹੀ ਦੇਰ ਦੇ ਬਾਅਦ ਰਸਤਾ ਬਦਲ ਕੇ ਉਸਦੇ ਪਿੱਛੇ ਹੀ ਚਲੀ ਗਈ, ਕਿਉਂਕਿ ਮੈਂ ਵੀ ਦੇਖਣਾ ਚਾਹੁੰਦੀ ਸੀ ਕਿ ਉਹ ਕਿਹੜੇ ਕੰਮਾਂ ਵਿੱਚ ਪਿਆ ਹੋਇਆ ਹੈ ਤੇ ਉਸਦੀ ਜਾਣ ਪਛਾਣ ਕਿਹੜੇ ਲੋਕਾਂ ਨਾਲ ਹੈ, ਕਿਉਂਕਿ ਉਸਦੀ ਜਿੰਨੀ ਉਮਰ ਸੀ ਉਸ ਤੋਂ ਤਾਂ ਬਹੁਤ ਵੱਡੇ ਕੰਮ ਕਰ ਰਿਹਾ ਸੀ। ਮੈਂ ਉਸਦੇ ਪਿੱਛੇ ਚੱਲ ਰਹੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈਂ ਉਸਦੇ ਪਿੱਛੇ ਆ ਰਹੀ ਹਾਂ ਤੇ ਮੈਂ ਰਸਤਾ ਬਦਲ ਕੇ ਚੱਲ ਰਹੀ ਸੀ। ਮੈਂ ਉਸਦੇ ਸਕੂਲ ਪਹੁੰਚੀ ਤੇ ਚੌਕੀਦਾਰ ਨੂੰ ਪੁੱਛਿਆ, ਕੀ ਅਮਨ ਸਕੂਲ ਪਹੁੰਚ ਗਿਆ? ਤਾਂ ਉਹ ਕਹਿਣ ਲੱਗਾ ਕਿ ਹਾਂ ਪਹੁੰਚ ਗਿਆ ਹੈ। ਮੈਂ ਕੁਝ ਪਰੇਸ਼ਾਨ ਜਿਹੀ ਹੋ ਕੇ ਘਰ ਵੱਲ ਵਾਪਸ ਆਈ। ਮੈਂ ਘਰ ਵੱਲ ਜਦੋਂ ਵਾਪਸ ਆ ਰਹੀ ਸੀ ਤਾਂ ਸਰ ਹਰਸ਼ ਮੈਨੂੰ ਰਸਤੇ ਵਿੱਚ ਮਿਲਿਆ ਤੇ ਮੈਨੂੰ ਕਹਿਣ ਲੱਗਿਆ ਕਿ ਤੂੰ ਮੇਰੇ ਨਾਲ ਆਖਰ ਇਦਾਂ ਕਿਉਂ ਕੀਤਾ? ਉਹ ਮੇਰੇ ਨਾਲ ਗੁੱਸੇ ਸੀ ਤੇ ਮੇਰੇ ਵੱਲ ਲਗਾਤਾਰ ਦੇਖ ਰਿਹਾ ਸੀ।
ਪਹਿਲਾਂ ਤਾਂ ਮੈਂ ਤੇਜ਼-ਤੇਜ਼ ਚੱਲਣਾ ਸ਼ੁਰੂ ਕਰ ਦਿੱਤਾ, ਪਰ ਜਦੋਂ ਉਸ ਨੂੰ ਲਗਾਤਾਰ ਆਪਣੇ ਪਿੱਛੇ ਆਉਂਦਾ ਹੋਇਆ ਦੇਖਿਆ ਤਾਂ ਮੈਂ ਇੱਕ ਜਗ੍ਹਾ ਰੁਕ ਗਈ ਤੇ ਮੈਂ ਉਸ ਨੂੰ ਕਿਹਾ ਕਿ ਜੇ ਅਤੀਤ ਨਹੀਂ ਭੁਲਾਇਆ ਜਾਂਦਾ ਤਾਂ ਉਸ ਸਮੇਂ ਤੈਨੂੰ ਗਾਇਬ ਨਹੀਂ ਹੋਣਾ ਸੀ, ਤੇ ਹੁਣ ਜਦੋਂ ਮੈਂ ਆਪਣੇ ਘਰ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ, ਤੂੰ ਮੈਨੂੰ ਇਹ ਸਭ ਗੱਲਾਂ ਯਾਦ ਕਰਵਾਉਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ? ਤੈਨੂੰ ਕੀ ਲੱਗਦਾ ਹੈ ਕਿ ਤੇਰੇ ਇਹ ਸਭ ਕਰਨ ਨਾਲ ਮੈਂ ਅਤੀਤ ਵਿੱਚ ਚਲੀ ਜਾਊਂਗੀ? ਇਦਾਂ ਕਦੇ ਨਹੀਂ ਹੋਏਗਾ, ਇਹ ਤੇਰੀ ਭੁੱਲ ਹੈ। ਮੈਂ ਉਸ ਨੂੰ ਜਲਦੀ ਨਾਲ ਸੁਣਿਆ ਤੇ ਤੇਜ਼ੀ ਨਾਲ ਚੱਲਦੀ ਹੋਈ ਆਪਣੇ ਘਰ ਵੱਲ ਆ ਗਈ ਤੇ ਮੈਂ ਬਹੁਤ ਹੈਰਾਨ ਹੋ ਗਈ ਕਿਉਂਕਿ ਦਰਵਾਜ਼ੇ ਤੇ ਲੱਗਿਆ ਹੋਇਆ ਤਾਲਾ ਹੁਣ ਦਰਵਾਜ਼ੇ ਤੇ ਨਹੀਂ ਸੀ। ਮੈਂ ਘਰ ਵਿੱਚ ਗਈ ਤਾਂ ਮੈਨੂੰ ਇਹ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ। ਘਰ ਵਿੱਚ ਮੋਹਨ ਖੜਾ ਸੀ, ਪਰ ਉਹ ਹਮੇਸ਼ਾ ਦੀ ਤਰ੍ਹਾਂ ਮੁਸਕਰਾ ਨਹੀਂ ਰਿਹਾ ਸੀ। ਉਹ ਥੱਕਿਆ ਹੋਇਆ ਸੀ, ਪਰ ਮੈਂ ਇੱਕਦਮ ਨਾਲ ਜਾ ਕੇ ਉਸ ਦੇ ਸੀਨੇ ਲੱਗ ਗਈ। ਉਹ ਜਲਦੀ ਮੈਨੂੰ ਇੱਕ ਪਾਸੇ ਕਰਕੇ ਕਮਰੇ ਵਿੱਚ ਚਲੀ ਗਈ। ਮੈਂ ਉਹਨਾਂ ਦੇ ਇਸ ਸੁਭਾਅ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਕਿ ਅਚਾਨਕ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ, ਤੇ ਇੱਕਦਮ ਨਾਲ ਮੇਰੇ ਦਿਮਾਗ ਵਿੱਚ ਆਇਆ ਕਿ ਅਮਨ ਨੇ ਸ਼ਾਇਦ ਇਹਨਾਂ ਨੂੰ ਕੁਝ ਗਲਤ ਨਹੀਂ ਦੱਸ ਦਿੱਤਾ ਹੋਵੇ। ਉਹ ਨਹਾ ਕੇ ਜਦੋਂ ਬਾਹਰ ਨਿਕਲੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾਸ਼ਤਾ ਬਣਾ ਚੁੱਕੀ ਹਾਂ, ਆ ਜਾਓ ਕਰ ਲਓ। ਤਾਂ ਉਹਨਾਂ ਨੇ ਬਹੁਤ ਠੰਡੇ ਲਹਿਜੇ ਵਿੱਚ ਜਵਾਬ ਦਿੱਤਾ ਕਿ ਮੈਂ ਨਾਸ਼ਤਾ ਕਰਕੇ ਆਇਆ ਹਾਂ। ਮੈਂ ਉਹਨਾਂ ਦੇ ਕੋਲ ਜਾ ਕੇ ਪੁੱਛਿਆ ਕਿ ਮੋਹਨ ਕੀ ਹੋਇਆ? ਤਾਂ ਮੈਨੂੰ ਕਹਿਣ ਲੱਗੇ ਕਿ ਨਹੀਂ, ਹਾਲੇ ਤਾਂ ਕੁਝ ਨਹੀਂ ਹੋਇਆ, ਪਰ ਬਹੁਤ ਜਲਦੀ ਬਹੁਤ ਕੁਝ ਹੋਣ ਵਾਲਾ ਹੈ, ਤੂੰ ਜਾ ਮੌਜ ਕਰ। ਮੈਂ ਉੱਚੀ ਉੱਚੀ ਰੋਣ ਲੱਗੀ ਤੇ ਇਹ ਸੋਚਣ ਲੱਗੀ ਕਿ ਰੱਬ ਕਿਸੇ ਵੀ ਤਰ੍ਹਾਂ ਮੇਰੇ ਅਤੀਤ ਤੋਂ ਮੇਰਾ ਪਿੱਛਾ ਛੁਡਾ ਦੇ। ਨਹੀਂ ਜਾਣਦੀ ਕਿ ਮੇਰੇ ਕਿਹੜੇ ਪਾਪ ਇੰਨੇ ਜ਼ਿਆਦਾ ਹਨ ਜਿਸ ਦੀ ਵਜ੍ਹਾ ਨਾਲ ਮੈਨੂੰ ਐਵੇਂ ਦੀ ਸਜ਼ਾ ਮਿਲ ਰਹੀ ਹੈ। ਅਮਨ ਦੇ ਆਉਣ ਤੇ ਮੋਹਨ ਦਾ ਮੂਡ ਬਿਲਕੁਲ ਠੀਕ ਸੀ ਤੇ ਉਹ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੇ ਸੀ। ਮੇਰੇ ਦਿਲ ਵਿੱਚ ਅਮਨ ਲਈ ਬਹੁਤ ਜ਼ਿਆਦਾ ਨਫ਼ਰਤ ਆ ਚੁੱਕੀ ਸੀ ਕਿ ਇਹ ਮੁੰਡਾ ਮੇਰੇ ਲਈ ਬਹੁਤ ਵੱਡਾ ਖਤਰਾ ਬਣ ਚੁੱਕਿਆ ਸੀ। ਮੋਹਨ ਨੇ ਮੈਨੂੰ ਕਿਹਾ ਕਿ ਹੁਣ ਮੈਂ ਆ ਗਿਆ ਹਾਂ ਤਾਂ ਕੁਝ ਦਿਨ ਲਈ ਚੰਗਾ ਰਹੇਗਾ ਕਿ ਤੂੰ ਆਪਣੀ ਮੰਮੀ ਦੇ ਕੋਲ ਜਾ। ਪਰ ਮੈਂ ਕਿਉਂ ਜਾਵਾਂ? ਹੁਣ ਤਾਂ ਤੁਸੀਂ ਘਰ ਵਾਪਸ ਆਏ ਹੋ, ਮੈਂ ਕਿਤੇ ਨਹੀਂ ਜਾਣਾ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਸ਼ਾਮ ਨੂੰ ਮੇਰੇ ਘਰ ਤੋਂ ਫੋਨ ਆ ਗਿਆ ਕਿ ਛੋਟੀ ਭਾਬੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਇਸ ਲਈ ਮੈਨੂੰ ਜਲਦੀ ਨਾਲ ਉੱਥੇ ਜਾਣਾ ਹੋਵੇਗਾ। ਮੋਹਨ ਮੈਨੂੰ ਉੱਥੇ ਮੰਮੀ ਦੇ ਘਰ ਬਾਹਰ ਉਤਾਰ ਕੇ ਵਾਪਸ ਆ ਗਏ। ਪਰ ਮੈਂ ਜਿਵੇਂ ਹੀ ਘਰ ਵਿੱਚ ਗਈ ਤਾਂ ਸਾਹਮਣੇ ਬੈਠੇ ਇਨਸਾਨ ਦੇ ਉੱਪਰ ਜਦੋਂ ਮੇਰੀ ਨਜ਼ਰ ਪਈ ਤਾਂ ਮੇਰੇ ਸਾਹ ਸੁੱਕ ਗਏ। ਸਾਹਮਣੇ ਸੋਫੇ ਤੇ ਹਰਸ ਬੈਠਾ ਹੋਇਆ ਸੀ। ਉਸਨੇ ਮੈਨੂੰ ਨਹੀਂ ਦੇਖਿਆ ਸੀ, ਇਸ ਲਈ ਮੈਂ ਜਲਦੀ ਨਾਲ ਭੱਜਦੀ ਹੋਈ ਭਾਬੀ ਦੇ ਕਮਰੇ ਵਿੱਚ ਆ ਗਈ। ਇੱਥੇ ਤਾਂ ਭਾਬੀ ਬਿਲਕੁਲ ਠੀਕ ਬੈਠੀ ਹੋਈ ਮੁਸਕਰਾ ਰਹੀ ਸੀ। ਇਹ ਕੀ ਭਾਬੀ, ਜਦੋਂ ਤੁਸੀਂ ਬਿਲਕੁਲ ਠੀਕ ਹੋ ਤਾਂ ਤੁਸੀਂ ਇਦਾਂ ਦਾ ਮਜ਼ਾਕ ਕਰਕੇ ਮੈਨੂੰ ਇੱਥੇ ਕਿਉਂ ਬੁਲਾਇਆ ਹੈ? ਤੂੰ ਇੱਥੇ ਆ ਤਾਂ ਸਹੀ। ਇਹ ਜੋ ਬਾਹਰ ਆਦਮੀ ਨਹੀਂ ਬੈਠਾ, ਇਹ ਮੇਰੀ ਭੈਣ ਦੇ ਰਿਸ਼ਤੇ ਲਈ ਆਇਆ ਹੈ। ਮੈਂ ਇਸ ਨੂੰ ਇੱਥੇ ਘਰ ਹੀ ਬੁਲਾ ਲਿਆ ਤਾਂ ਕਿ ਤੇਰਾ ਭਰਾ ਇਸ ਨੂੰ ਖੁੱਲ੍ਹ ਕੇ ਮਿਲ ਸਕੇ ਤੇ ਨਾਲ ਹੀ ਇੱਕ ਦੂਜੇ ਨਾਲ ਗੱਲਾਂ ਕਰ ਲੈਣ, ਕਿਉਂਕਿ ਇਸ ਦੇ ਮਾਤਾ ਪਿਤਾ ਨਹੀਂ ਹਨ। ਇਸ ਨੇ ਜੋ ਕੁਝ ਕਰਨਾ ਹੈ ਖੁਦ ਹੀ ਕਰਨਾ ਹੈ। ਭਾਬੀ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਦੱਸ ਰਹੀ ਸੀ। ਮੈਂ ਉਹਨਾਂ ਦੇ ਮੂੰਹ ਵੱਲ ਦੇਖੀ ਜਾ ਰਹੀ ਸੀ। ਜੇ ਤੁਸੀਂ ਇਸ ਨਾਲ ਰਿਸ਼ਤਾ ਕਰਨਾ ਹੈ ਤਾਂ ਮੈਨੂੰ ਝੂਠ ਬੋਲ ਕੇ ਇੱਥੇ ਬੁਲਾਉਣ ਦਾ ਕੀ ਮਕਸਦ ਬਣਦਾ ਹੈ? ਮੈਂ ਸੱਚ ਵਿੱਚ ਭਾਬੀ ਨਾਲ ਨਾਰਾਜ਼ ਹੋ ਚੁੱਕੀ ਸੀ, ਇਸ ਲਈ ਕੋਈ ਗੱਲ ਵੀ ਨਹੀਂ ਕਰ ਰਹੀ ਸੀ। ਉਹ ਮੈਨੂੰ ਮਨਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਇੱਕ ਪਾਸੇ ਮੂੰਹ ਬਣਾ ਕੇ ਬੈਠ ਗਈ। ਕੁਝ ਦੇਰ ਬਾਅਦ ਹੀ ਭਰਾ ਨੇ ਸਾਨੂੰ ਸਭ ਨੂੰ ਕਿਹਾ ਕਿ ਖਾਣਾ ਲਗਾਓ। ਮੈਂ ਨਾ ਚਾਹੁੰਦੇ ਹੋਏ ਵੀ ਖਾਣਾ ਲਗਾਇਆ। ਇਸ ਤੇ ਮੁਸੀਬਤ ਇਹ ਵੀ ਸੀ ਕਿ ਮੈਨੂੰ ਉਹ ਖਾਣਾ ਉੱਥੇ ਉਸ ਦੇ ਨਾਲ ਬਹਿ ਕੇ ਖਾਣਾ ਵੀ ਪਿਆ। ਹਰਸ ਦੀ ਨਜ਼ਰ ਲਗਾਤਾਰ ਮੈਨੂੰ ਹੀ ਦੇਖ ਰਹੀ ਸੀ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ। ਹੁਣ ਅਸੀਂ ਖਾਣਾ ਖਾ ਹੀ ਰਹੇ ਸੀ ਕਿ ਅਮਨ ਤੇ ਮੋਹਨ ਉਹ ਦੋਵੇਂ ਵੀ ਉੱਥੇ ਆ ਗਏ। ਅਰੇ ਵਾਹ, ਇਹ ਤਾਂ ਬਹੁਤ ਵੱਡੀ ਪਾਰਟੀ ਹੋ ਰਹੀ ਹੈ, ਉਹ ਵੀ ਸਾਡੇ ਬਿਨਾਂ ਹੀ। ਅਮਨ ਨੇ ਆਉਂਦੇ ਹੀ ਪਨੀਰ ਉਠਾਇਆ ਤੇ ਉਸਨੇ ਖਾਂਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ। ਜਦੋਂ ਇਹ ਦੋਵੇਂ ਆਏ ਸੀ ਉਦੋਂ ਹਰਸ ਬਾਥਰੂਮ ਵਿੱਚ ਚਲਾ ਗਿਆ ਸੀ, ਪਰ ਅਮਨ ਉਸ ਨੂੰ ਦੇਖ ਚੁੱਕਿਆ ਸੀ। ਲਗਾਤਾਰ ਇੰਤਜ਼ਾਰ ਵਿੱਚ ਸੀ, ਪਰ ਹਰਸ ਜਾ ਚੁੱਕਿਆ ਸੀ। ਉਸ ਨੂੰ ਕੋਈ ਜ਼ਰੂਰੀ ਕੰਮ ਸੀ। ਮੋਹਨ ਤੇ ਅਮਨ ਨੂੰ ਵੀ ਭਰਾ ਨੇ ਹੀ ਬੁਲਾਇਆ ਸੀ। ਉਹ ਅੱਜ ਸਭ ਨੂੰ ਸਰਪ੍ਰਾਈਜ਼ ਦੇ ਰਹੇ ਸੀ। ਮੇਰੀ ਤਾਂ ਜਾਨ ਤੇ ਹੀ ਬਣੀ ਹੋਈ ਸੀ। ਅਮਨ ਤੇ ਮੋਹਨ ਵੀ ਜਾ ਚੁੱਕੇ ਸੀ। ਮੋਹਨ ਮੈਨੂੰ ਕਹਿ ਕੇ ਗਿਆ ਸੀ ਕਿ ਮੈਂ ਹੁਣ ਕੁਝ ਦਿਨ ਹੋਰ ਇੱਥੇ ਹੀ ਰਹਾਂ। ਮੈਂ ਅਗਲੇ ਕੁਝ ਦਿਨਾਂ ਤੱਕ ਇੱਥੇ ਹੀ ਰਹੀ ਤੇ ਭਾਬੀ ਦੇ ਨਾਲ ਜਾ ਕੇ ਸ਼ੋਪਿੰਗ ਕਰਦੀ ਰਹੀ। ਭਾਬੀ ਦੀ ਹਰ ਗੱਲ ਹਰਸ ਤੋਂ ਸ਼ੁਰੂ ਹੁੰਦੀ ਸੀ ਤੇ ਹਰਸ ਤੇ ਜਾ ਕੇ ਹੀ ਖਤਮ ਹੁੰਦੀ, ਕਿਉਂਕਿ ਉਹ ਬਹੁਤ ਜ਼ਿਆਦਾ ਖੁਸ਼ ਸੀ ਤੇ ਨਾਲ ਹੀ ਉਹ ਤਾਰੀਫ ਵੀ ਕਰਦੀ ਰਹਿੰਦੀ ਸੀ। ਇੱਕ ਦਿਨ ਅਸੀਂ ਸ਼ੋਪਿੰਗ ਕਰ ਰਹੇ ਸੀ ਤਾਂ ਭਾਬੀ ਨੂੰ ਯਾਦ ਆਇਆ ਕਿ ਇਸ ਸਾੜੀ ਦੇ ਮੈਚਿੰਗ ਦਾ ਬਲਾਊਜ਼ ਤਾਂ ਉਹ ਦੁਕਾਨ ਤੇ ਹੀ ਛੱਡ ਆਈ ਹੈ। ਮੇਰੇ ਕੋਲ ਬਹੁਤ ਜ਼ਿਆਦਾ ਸਮਾਨ ਸੀ, ਇਸ ਲਈ ਮੈਂ ਉੱਥੇ ਹੀ ਇੱਕ ਸਾਈਡ ਵਿੱਚ ਸਾਰਾ ਸਮਾਨ ਲੈ ਕੇ ਬੈਠ ਗਈ ਤੇ ਭਾਬੀ ਨੂੰ ਕਿਹਾ ਕਿ ਉਹ ਚਲੇ ਜਾਣ ਤੇ ਸਾਰਾ ਸਮਾਨ ਉਠਾ ਕੇ ਲੈ ਆਵੇ। ਭਾਬੀ ਚਲੀ ਗਈ
ਤੇ ਮੈਂ ਉੱਥੇ ਹੀ ਇੱਕ ਪਾਸੇ ਹੋ ਕੇ ਬੈਠ ਗਈ। ਉਸੇ ਸਮੇਂ ਮੈਨੂੰ ਆਪਣੇ ਕੋਲ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ। ਉਹ ਤਾਂ ਹਰਸ ਹੀ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਲਗਾਤਾਰ ਮੇਰਾ ਪਿੱਛਾ ਕਰ ਰਿਹਾ ਹੈ, ਕੀ ਚਾਹੁੰਦਾ ਹੈ ਤੂੰ? ਉਹ ਕਹਿਣ ਲੱਗਿਆ ਕਿ ਮੈਂ ਤੇਰੇ ਪਿੱਛੇ ਕਿਉਂ ਆਉਂਗਾ? ਉਹ ਕਹਿਣ ਲੱਗਿਆ ਤੂੰ ਕਿਉਂ ਆਪਣੇ ਆਪ ਨੂੰ ਇਦਾਂ ਡਰ ਵਿੱਚ ਬੰਦ ਕਰ ਲਿਆ ਹੈ, ਜਿੱਥੇ ਆਲੇ ਦੁਆਲੇ ਤੈਨੂੰ ਸਿਰਫ ਪਰੇਸ਼ਾਨੀਆਂ ਹੀ ਹਨ। ਉਹ ਮੈਨੂੰ ਬਹੁਤ ਹੈਰਾਨੀ ਨਾਲ ਇਹ ਸਵਾਲ ਪੁੱਛ ਰਿਹਾ ਸੀ। ਪਤਾ ਨਹੀਂ ਕਦੋਂ ਤੋਂ ਮੇਰੇ ਰੁਕੇ ਹੋਏ ਅੰਜੂ ਉਸਦੇ ਇਹ ਸਵਾਲ ਪੁੱਛਣ ਤੇ ਵਹਿਣ ਲੱਗੇ। ਉਹ ਅੱਗੇ ਵਧਿਆ ਤੇ ਮੈਨੂੰ ਇੱਕ ਟਿਸ਼ੂ ਦਿੱਤਾ। ਮੈਨੂੰ ਪਤਾ ਨਹੀਂ ਮੈਂ ਕਿਸ ਅੰਦਾਜ਼ ਨਾਲ ਉਹ ਟਿਸ਼ੂ ਪਕੜਿਆ ਤੇ ਫਿਰ ਮੈਂ ਉਸ ਨਾਲ ਆਪਣੇ ਹੰਝੂ ਸਾਫ਼ ਕੀਤੇ। ਕੁਝ ਹੀ ਦੇਰ ਵਿੱਚ ਭਾਬੀ ਵੀ ਆ ਗਈ। ਮੈਨੂੰ ਨਹੀਂ ਪਤਾ ਉਹਨਾਂ ਨੇ ਦੇਖਿਆ ਜਾਂ ਨਹੀਂ, ਪਰ ਉਹਨਾਂ ਨੇ ਮੈਨੂੰ ਕੁਝ ਸਵਾਲ ਨਹੀਂ ਕੀਤਾ। ਉਹ ਚੁੱਪਚਾਪ ਹੋ ਕੇ ਮੇਰੇ ਵੱਲ ਦੇਖਦੀ ਰਹੀ। ਮੇਰੀ ਸੁੱਜੀ ਹੋਈ ਨੱਕ ਤੇ ਅੱਖ ਉਹਨਾਂ ਨੂੰ ਬਹੁਤ ਕੁਝ ਦੱਸ ਰਹੀ ਸੀ। ਭਾਬੀ ਨੇ ਮੈਨੂੰ ਪਿਆਰ ਨਾਲ ਪੁੱਛਿਆ ਕੀ ਹੋਇਆ। ਮੈਂ ਬਹੁਤ ਸ਼ਾਂਤੀ ਨਾਲ ਜਵਾਬ ਦਿੱਤਾ ਕਿ ਮੰਮੀ ਪਾਪਾ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ। ਉਹਨਾਂ ਨੇ ਮੈਨੂੰ ਗਲ ਨਾਲ ਲਾਇਆ ਤੇ ਆਪਣੇ ਨਾਲ ਲੈ ਕੇ ਚੱਲ ਪਈ। ਅੱਜ ਦੀ ਸ਼ੋਪਿੰਗ ਇੰਨੀ ਹੀ ਸੀ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀ। ਜਦੋਂ ਅਸੀਂ ਲੋਕ ਘਰ ਪਹੁੰਚੇ ਤਾਂ ਭਰਾ ਦੀ ਬਹੁਤ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਆਵਾਜ਼ ਆ ਰਹੀ ਸੀ, ਜਿਵੇਂ ਕਿ ਉਹ ਕਿਸੇ ਨਾਲ ਲੜਾਈ ਕਰ ਰਿਹਾ ਹੈ। ਅਸੀਂ ਲੋਕ ਇੱਕਦਮ ਅੰਦਰ ਗਏ ਤਾਂ ਅੰਦਰ ਮੋਹਨ ਬੈਠਾ ਹੋਇਆ ਸੀ ਤੇ ਉਹ ਮੇਰੇ ਹੀ ਬਾਰੇ ਵਿੱਚ ਕੁਝ ਉਲਟਾ ਸਿੱਧਾ ਕਹਿ ਰਿਹਾ ਸੀ ਕਿ ਮੈਂ ਕੋਈ ਅਵਾਰਾ ਕੁੜੀ ਹਾਂ ਜੋ ਮੈਂ ਬਾਜ਼ਾਰ ਵਿੱਚ, ਹੋਟਲਾਂ ਵਿੱਚ ਮੁੰਡਿਆਂ ਨੂੰ ਮਿਲਦੀ ਰਹਿੰਦੀ ਹਾਂ। ਭਰਾ ਤੋਂ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਈ ਤੇ ਉਹ ਮੇਰੇ ਵੱਲ ਵਧੇ ਤੇ ਪੁੱਛਣ ਲੱਗੇ ਕਿ ਇਹ ਸਭ ਕੀ ਹੈ ਬੱਚਾ? ਭਰਾ ਮੈਨੂੰ ਹਮੇਸ਼ਾ ਬੱਚਾ ਕਹਿ ਕੇ ਹੀ ਬੁਲਾਉਂਦਾ ਸੀ। ਇਹ ਕੀ ਦੱਸੇਗੀ? ਸਾਡੀ ਤਾਂ ਕਿਸਮਤ ਹੀ ਖਰਾਬ ਹੈ ਜੋ ਇਸ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ। ਬਸ ਹੁਣ ਇਸ ਨੂੰ ਇੱਥੇ ਹੀ ਰੱਖੋ, ਆਪਣੇ ਘਰ। ਮੇਰੇ ਨਾਲ ਇਸ ਦਾ ਹੁਣ ਕੋਈ ਰਿਸ਼ਤਾ ਨਹੀਂ ਹੈ। ਮੈਂ ਇੱਕਦਮ ਨਾਲ ਜਦੋਂ ਮੋਹਨ ਤੋਂ ਇਹ ਗੱਲ ਸੁਣੀ ਤਾਂ ਮੈਂ ਭਰਾ ਨੂੰ ਕਿਹਾ ਕਿ ਹੁਣੇ ਇਸੇ ਸਮੇਂ ਤੁਸੀਂ ਹਰਸ ਤੇ ਅਮਨ ਨੂੰ ਬੁਲਾਓ। ਭਰਾ ਨੇ ਇੱਕਦਮ ਫੋਨ ਕਰਕੇ ਦੋਹਾਂ ਨੂੰ ਇੱਥੇ ਬੁਲਾਇਆ ਤੇ ਉਹ ਕੁਝ ਹੀ ਦੇਰ ਵਿੱਚ ਇੱਥੇ ਆ ਗਏ। ਜਿਵੇਂ ਹੀ ਹਰਸ ਘਰ ਵਿੱਚ ਆਇਆ ਤਾਂ ਉਸ ਦੀ ਨਜ਼ਰ ਮੋਹਨ ਤੇ ਪਈ। ਜਦੋਂ ਮੋਹਨ ਨੇ ਹਰਸ ਨੂੰ ਦੇਖਿਆ ਤਾਂ ਦੋਨਾਂ ਦੇ ਹੰਝੂ ਇੱਕਦਮ ਵਹਿਣ ਲੱਗੇ। ਮੋਹਨ ਅੱਗੇ ਵਧਿਆ ਤੇ ਹਰਸ ਨੂੰ ਗਲ ਨਾਲ ਲਾ ਲਿਆ। ਇਹ ਤਾਂ ਮੇਰਾ ਭਰਾ ਹੈ ਜੋ ਕੁਝ ਸਾਲ ਪਹਿਲਾਂ ਕਿਤੇ ਗਾਇਬ ਹੋ ਗਿਆ ਸੀ, ਹੁਣ ਇੱਥੇ ਇੱਕਦਮ ਨਾਲ। ਇਹ ਸਭ ਕੀ ਹੈ? ਦੋਵੇਂ ਭਰਾ ਅਤੀਤ ਵਿੱਚ ਚਲੇ ਗਏ। ਇੱਥੇ ਉਹਨਾਂ ਨੂੰ ਇੱਕਦਮ ਨਾਲ ਸਭ ਕੁਝ ਯਾਦ ਹੋਣ ਲੱਗਿਆ। ਉਹ ਕਹਿਣ ਲੱਗਿਆ ਕਿ ਜਦੋਂ ਮੰਮੀ ਦੀ ਮੌਤ ਹੋਈ ਉਸ ਸਮੇਂ ਮੈਂ ਆਰਮੀ ਜੁਆਇਨ ਕਰ ਚੁੱਕਿਆ ਸੀ ਤੇ ਆਰਮੀ ਵਾਲਿਆਂ ਦੀ ਨੌਕਰੀ ਹੀ ਇਦਾਂ ਦੀ ਹੁੰਦੀ ਹੈ, ਕਦੇ ਇੱਥੇ ਤਾਂ ਕਦੇ ਉੱਥੇ। ਤੇ ਜਦੋਂ ਇੱਕ ਦਿਨ ਮੇਰੀ ਟ੍ਰੇਨਿੰਗ ਖਤਮ ਹੋਈ ਤਾਂ ਮੈਨੂੰ ਬਿਲਕੁਲ ਬਾਰਡਰ ਤੇ ਤਾਇਨਾਤ ਕਰ ਦਿੱਤਾ ਗਿਆ। ਉੱਥੇ ਸਾਵਧਾਨੀ ਦਾ ਨਿਸ਼ਾਨ ਲੱਗਿਆ ਹੋਇਆ ਸੀ, ਪਰ ਮੈਨੂੰ ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਲੱਗ ਸਕਿਆ ਤੇ ਫਿਰ ਮੈਂ ਬਾਰਡਰ ਕ੍ਰੋਸ ਕਰ ਲਿਆ ਤੇ ਫਿਰ ਮੈਂ ਦੂਜੇ ਮੁਲਕ ਦੀ ਕੈਦ ਵਿੱਚ ਜਾ ਪਿਆ। ਫਿਰ ਮੈਂ ਉੱਥੇ 5 ਸਾਲ ਰਿਹਾ। ਉੱਥੇ ਦੇ 5 ਸਾਲ ਮੇਰੇ ਲਈ 500 ਸਾਲ ਦੇ ਬਰਾਬਰ ਹਨ ਕਿਉਂਕਿ ਬਹੁਤ ਹੀ ਜ਼ਿਆਦਾ ਬੁਰੀ ਕੈਦ ਸੀ, ਰੋਜ਼ ਜ਼ੁਲਮ ਹੁੰਦੇ ਸੀ। ਤੇ ਫਿਰ ਮੈਂ ਆਪਣੀ ਚੇਨ ਉਤਾਰ ਕੇ ਆਪਣੇ ਦੋਸਤ ਨੂੰ ਦਿੱਤੀ ਕਿ ਜੇ ਮੈਂ ਇੱਥੇ ਮਰ ਗਿਆ ਤਾਂ ਇਹ ਚੇਨ ਮੇਰੇ ਦੇਸ਼ ਮੇਰੇ ਪਾਪਾ ਦੇ ਕੋਲ ਪਹੁੰਚਾ ਦੇਣਾ। ਤੇ ਮੁਸ਼ਕਿਲ ਇਹ ਸੀ ਕਿ ਮੇਰੇ ਤੋਂ ਪਹਿਲਾਂ ਉਹੀ ਮਰ ਗਿਆ ਤੇ ਬਸ ਅਖਬਾਰ ਵਿੱਚ ਉਸ ਦੀ ਖਬਰ ਛਪ ਗਈ ਤੇ ਉਸ ਵਿੱਚ ਉਸ ਚੇਨ ਨੂੰ ਬਹੁਤ ਵੱਡੀ ਕਰਕੇ ਦਿਖਾਇਆ ਗਿਆ। ਮੇਰੇ ਘਰ ਵਾਲਿਆਂ ਨੇ ਜਦੋਂ ਇਹ ਖਬਰ ਪੜ੍ਹੀ ਤਾਂ ਰੋ ਰੋ ਕੇ ਮੇਰੇ ਤੇ ਸਬਰ ਕਰ ਬੈਠੇ। ਮੇਰੇ ਚਾਚਾ ਤੇ ਤਾਇਆ ਤਾਂ ਬਹੁਤ ਖੁਸ਼ ਸੀ ਕਿ ਚਲੋ ਇੱਕ ਮੁੰਡਾ ਤਾਂ ਗਿਆ, ਹੁਣ ਸਾਰੀ ਜਾਇਦਾਦ ਦੇ ਵਾਰਸ ਅਸੀਂ ਹੀ ਹੋਵਾਂਗੇ। ਇਸ ਲਈ ਉੱਥੇ ਮੇਰਾ ਇੱਕਦਮ ਸਭ ਦੇ ਸਾਹਮਣੇ ਆ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਮੈਂ ਕਿਸੇ ਦੇ ਸਾਹਮਣੇ ਨਹੀਂ ਆਇਆ, ਪਰ ਮੇਰੇ ਪਾਪਾ ਨੇ ਉੱਥੇ ਬਾਰਡਰ ਕੋਲ ਹੀ ਡੇਰਾ ਲਗਾ ਲਿਆ ਕਿਉਂਕਿ ਉਹ ਇਹ ਸਮਝਦੇ ਸੀ ਕਿ ਮੈਂ ਜਿਉਂਦਾ ਹਾਂ ਤੇ ਉਹਨਾਂ ਦੀ ਦੁਆਵਾਂ ਨੇ ਮੈਨੂੰ ਜਿੰਦਾ ਰੱਖਿਆ। ਉਹਨਾਂ ਦੀ ਕੈਦ ਤੋਂ ਜਦੋਂ ਮੈਂ ਨਿਕਲਿਆ ਤਾਂ ਮੇਰੇ ਪਿਤਾ ਉੱਥੇ ਬਾਰਡਰ ਕੋਲ ਇੱਕ ਝੁੱਗੀ ਵਿੱਚ ਰਹਿੰਦੇ ਸੀ। ਉਹਨਾਂ ਦਾ ਹੁਲੀਆ ਵੀ ਇਦਾਂ ਦਾ ਹੀ ਸੀ ਕਿ ਮੈਂ ਇੰਨੇ ਸਮੇਂ ਬਾਅਦ ਉਹਨਾਂ ਨੂੰ ਇੱਕ ਨਜ਼ਰ ਵਿੱਚ ਪਛਾਣ ਸਕਦਾ ਸੀ। ਜਦੋਂ ਮੇਰੇ ਕੋਲ ਆਏ ਤੇ ਮੈਂ ਉਹਨਾਂ ਨੂੰ ਆਪਣੇ ਨਾਲ ਹੀ ਘਰ ਲਿਆਇਆ। ਹੁਣ ਇੰਨੇ ਸਾਲ ਜੇਲ੍ਹ ਵਿੱਚ ਰਹਿਣ ਦੇ ਬਾਅਦ ਤੇ ਇੰਨਾ ਜ਼ੁਲਮ ਸਹਿਣ ਦੇ ਬਾਅਦ ਕੁਝ ਤਾਂ ਅਸਰ ਹੁੰਦਾ ਹੀ ਹੈ ਨਾ। ਮੈਂ ਆਪਣੇ ਘਰ ਦਾ ਪਤਾ ਪੂਰੇ ਤਰੀਕੇ ਨਾਲ ਭੁੱਲ ਚੁੱਕਿਆ ਸੀ ਤੇ ਪਾਪਾ ਦੀ ਵੀ ਬੁਢਾਪੇ ਦੀ ਵਜ੍ਹਾ ਨਾਲ ਤੇ ਸਦਮੇ ਦੀ ਵਜ੍ਹਾ ਨਾਲ ਯਾਦਾਸ਼ਤ ਘੱਟ ਹੋ ਗਈ ਸੀ। ਫਿਰ ਮੈਂ ਭਟਕਦੇ ਹੋਏ ਵਾਪਸ ਆਪਣੇ ਸ਼ਹਿਰ ਵਿੱਚ ਆ ਚੁੱਕਿਆ ਸੀ। ਇੱਥੇ ਮੈਂ ਇੱਕ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉੱਥੇ ਮੈਂ ਇੱਕ ਦਿਨ ਅਮਨ ਨੂੰ ਦੇਖਿਆ ਕਿਉਂਕਿ ਇਹ ਮੇਰੇ ਕੈਦ ਦੇ ਦੌਰਾਨ ਬਹੁਤ ਜ਼ਿਆਦਾ ਛੋਟਾ ਸੀ, ਪਰ ਇਸ ਦੇ ਮੂੰਹ ਤੇ ਇਹ ਲਾਲ ਨਿਸ਼ਾਨ ਇਸ ਦੀ ਨਿਸ਼ਾਨੀ ਬਣ ਗਿਆ ਤੇ ਮੈਂ ਇਸ ਨੂੰ ਪਛਾਣ ਲਿਆ ਤੇ ਫਿਰ ਮੈਂ ਇਸ ਨਾਲ ਖੂਬ ਦੋਸਤੀ ਕੀਤੀ ਤੇ ਮੈਂ ਇਸ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਮੈਨੂੰ ਕਿਹਾ ਕਿ ਇਹ ਮੈਨੂੰ ਹਰ ਸੂਰਤ ਵਿੱਚ ਆਪਣੇ ਨਾਲ ਘਰ ਲੈ ਕੇ ਜਾਵੇਗਾ। ਫਿਰ ਮੈਂ ਇੱਕ ਦਿਨ ਮੈਂ ਭਾਬੀ ਨੂੰ ਦੇਖਿਆ ਤਾਂ ਮੈਨੂੰ ਕਾਲਜ ਦਾ ਸਮਾਂ ਯਾਦ ਆ ਗਿਆ ਜਦੋਂ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ।
ਅਮਨ ਕਹਿਣ ਲੱਗਿਆ ਕਿ ਇਹੀ ਤੁਹਾਨੂੰ ਆਪਣੇ ਨਾਲ ਘਰ ਲੈ ਕੇ ਜਾ ਸਕਦੀ ਹੈ। ਤੇ ਫਿਰ ਮੈਂ ਇਸ ਨਾਲ ਮੇਲ ਜੋਲ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਰਾਣੀਆਂ ਗੱਲਾਂ ਦੀ ਵਜ੍ਹਾ ਨਾਲ ਇਸ ਔਰਤ ਨੇ ਮੇਰੇ ਤੇ ਜਰਾ ਵੀ ਧਿਆਨ ਨਹੀਂ ਦਿੱਤਾ, ਬਲਕਿ ਇਸਨੇ ਹਮੇਸ਼ਾ ਹੀ ਮੇਰੇ ਨਾਲ ਬਹੁਤ ਜ਼ਿਆਦਾ ਸਖਤ ਤੇ ਤੰਗ ਲਹਿਜੇ ਵਿੱਚ ਗੱਲ ਕੀਤੀ। ਤੇ ਫਿਰ ਇਸਨੇ ਅਮਨ ਦੀ ਵੀ ਕੋਈ ਗੱਲ ਨਹੀਂ ਮੰਨੀ। ਪਾਪਾ ਜੀ ਮੇਰੇ ਨਾਲ ਹੀ ਹਨ। ਇੱਕ ਕਦਮ ਨਾਲ ਪਿਛਲੇ ਕਮਰੇ ਵਿੱਚੋਂ ਬਹੁਤ ਹੀ ਜ਼ਿਆਦਾ ਬੁੱਢੇ ਆਦਮੀ ਨਿਕਲੇ ਤੇ ਆਉਂਦੇ ਹੀ ਆਪਣੇ ਤਿੰਨੇ ਮੁੰਡਿਆਂ ਨੂੰ ਤੇ ਮੈਨੂੰ ਗਲ ਨਾਲ ਲਾ ਲਿਆ। ਅਸੀਂ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਸੀ, ਪਰ ਅਮਨ ਦੀ ਖੁਸ਼ੀ ਤਾਂ ਦੁੱਗਣੀ ਸੀ, ਕਿਉਂਕਿ ਉਹ ਸਭ ਤੋਂ ਛੋਟੇ ਹੋਣ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਆਪਣੇ ਮਾਂ-ਬਾਪ ਨੂੰ ਯਾਦ ਕਰਦਾ ਸੀ। ਪਰ ਉਸ ਨੂੰ ਮਾਂ ਤਾਂ ਨਹੀਂ ਮਿਲ ਸਕੀ, ਪਰ ਇੰਨੇ ਸਾਲਾਂ ਬਾਅਦ ਉਸ ਨੂੰ ਉਸਦੇ ਪਾਪਾ ਮਿਲ ਗਏ। ਸਾਡੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਸੀ। ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਸੀ। ਮੋਹਨ ਨੇ ਸਭ ਦੇ ਸਾਹਮਣੇ ਮੇਰੇ ਤੋਂ ਮਾਫੀ ਮੰਗੀ ਤੇ ਮੈਂ ਵੀ ਉਸ ਨੂੰ ਦਿਲ ਤੋਂ ਮਾਫ ਕਰ ਦਿੱਤਾ ਸੀ।